ਬਚਪਨ ਤੋਂ ਲੈ ਕੇ 5 ਸਾਲ ਦੀ ਉਮਰ ਦੇ ਵਿੱਚ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੇ ਮਾਪਿਆਂ ਨੂੰ ਨਹੀਂ ਵੀ ਕਈ ਵਾਰ ਪਤਾ ਲੱਗਦੀਆਂ ਕਿ ਇਹ ਅੱਗੇ ਵੱਧ ਸਕਦੀਆਂ ਨੇ ਅਡਲਟ ਲਾਈਫ ਦੇ ਵਿੱਚ। ਬਹੁਤ ਸਾਰੇ ਇਹੋ ਜਿਹੇ ਕੇਸਿਸ ਜਿਹੜੇ ਪਤਾ ਹੀ ਨਹੀਂ ਲੱਗਦੇ ਬਚਪਨ ਵਿੱਚ, ਮਾਪਿਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਇਸ ਚੀਜ਼ ਲਈ ਡਾਕਟਰ ਕੋਲ ਜਾਣਾ ਵੀ ਹੈ। तो सिर्फ जिद्दी है बच्चा या अड़प है बच्चा या ये बड़ा इंट्रोवर्ट है कह के उन्होंने उस तरह ही नबेड़ देंदे ने ते ओह पता लगदा जे जदों वड्डा होया बंदा जिस च बहुत सारे अजिहे लक्षण आउंदे ने। डॉक्टर आप होना जिसनों ऑटिज्म होवे लभ्या ही ना गया होवे ते जिस तरीके दी ऑटिज्म दे रोग ने जो किताबां विच छप चुके ने, जो खोजां सामने आ चुकियां ने, ये प्रोग्राम सिर्फ उसदे उत्ते आधारित है। सोच की गल कर रहा होवे ते चेहरे ते मुस्कान आ जाए, यानी इस तरह की गल करे। पता है वो ना जदों मरन लगा सी बस की दसां, यानी इंज दे उहदे बिहेवियर जो उहदा फेशियल एक्सप्रैशन इस तरह के वक् तरह के हो सकते। और इस बंदे नूं आम लोग कह जाते हैं कि पागल है जी, ये नहीं ठीक है, मानसिक पक्षों रोगी है। यानी जे किसी की खुशी की गल करनी है तो अफसोस जिहा मूँह बना के जिस चीज़ से असी जोर पाना चाहते हैं उस चीज़ नूं उंज ही असी दर्शाना भी चाहते हुन्ने कि ये हुण बहुत किसी नूं हल्लाशेरी देने वाली हो, चाहे शाबाश होए ते फिर किते हल्का तुहाडी टोन उही हो जाती है। तुहानूं कोई अगला बंदा जो बोल रहा है एक्सप्रैसिव नहीं जापदा, तुहानूं लगदा भी ये तां एवें ढिल मੱਠ जा पता नहीं की गल कर गया, पूरी भी कीती कि नहीं, अद्धी जी मुका के तुर गया। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਪ੍ਰਵਾਨੀ ਅਨੇਜਾ ਤੇ ਸਾਡੀ ਖਾਸ ਪੇਸ਼ਕਸ਼ ਸਾਂਝੀ ਗੱਲਬਾਤ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਇਸ ਪ੍ਰੋਗਰਾਮ ਦੇ ਦੌਰਾਨ ਅਸੀਂ ਗੱਲ ਕਰਾਂਗੇ ਔਟਿਜ਼ਮ ਦੀ। ਔਟਿਜ਼ਮ ਤੁਹਾਨੂੰ ਚੇਤੇ ਹੋਵੇਗਾ ਇੱਕ ਪੜਾਅ ਅਸੀਂ ਪਹਿਲਾਂ ਵੀ ਕਰ ਚੁੱਕੇ ਹਾਂ, ਜਿਸ ਦੇ ਵਿੱਚ ਇਹ ਜਾਣਨ ਦੀ ਕੋਸ਼ਿਸ਼ ਕੀਤੀ ਡਾਕਟਰ ਹਰਸ਼ਿੰਦਰ ਕੌਰ ਹੋਰਾਂ ਦੇ ਨਾਲ ਕਿ ਆਖਿਰਕਾਰ ਜਨਮ ਤੋਂ ਲੈ ਕੇ 5 ਸਾਲ ਦੇ ਜਵਾਕ ਦੇ ਵਿੱਚ ਕਿਹੜੇ ਅਜਿਹੇ ਲੱਛਣ ਹੋ ਸਕਦੇ ਨੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਉਸਦੇ ਭਵਿੱਖ ਦੇ ਲਈ ਮੁਸੀਬਤਾਂ ਪੈਦਾ ਕਰ ਸਕਦੇ ਨੇ। ਕਿਹੜੇ ਅਜਿਹੇ ਲੱਛਣ ਹੋ ਸਕਦੇ ਨੇ ਜਿਹੜੇ ਮਾਪਿਆਂ ਨੂੰ ਜਿਨ੍ਹਾਂ ਤੋਂ ਡਰਨ ਦੀ ਲੋੜ ਹੈ ਔਰ ਡਾਕਟਰ ਤੱਕ ਪਹੁੰਚ ਕਰਨ ਦੀ ਲੋੜ ਹੈ। ਅੱਜ ਵੀ ਅਸੀਂ ਜ਼ਿਕਰ ਉਸੇ ਪੜਾਅ ਤੇ ਕਰਾਂਗੇ। ਦੂਜਾ ਪੜਾਅ ਪਾਰਟ 2 ਤੁਸੀਂ ਕਹਿ ਸਕਦੇ ਹੋ, ਕਿਉਂਕਿ ਅਸੀਂ ਵਾਅਦਾ ਕੀਤਾ ਸੀ ਕਿ ਟੂ ਬੀ ਕੰਟੀਨਿਊਡ ਇਹ ਵਾਲਾ ਟੌਪਿਕ ਸਾਡਾ ਰਹੇਗਾ ਤੇ ਅਸੀਂ ਅਗਲੇ ਹਫਤੇ ਜੋ ਹੈ ਇਸ ਗੱਲ ਦਾ ਜ਼ਿਕਰ ਕਰਾਂਗੇ। ਪਿਛਲੇ ਹਫਤੇ ਜਿਹੜਾ ਤੁਹਾਡੇ ਨਾਲ ਸ਼ੋਅ ਅਸੀਂ ਸਾਂਝਾ ਕੀਤਾ ਉਸ ਦੇ ਵਿੱਚ ਅਸੀਂ ਇਸ ਬਾਰੇ ਚਰਚਾ ਨਹੀਂ ਕਰ ਪਾਏ ਕੁਝ ਨਿੱਜੀ ਰੁਝੇਵਿਆਂ ਦੇ ਕਰਕੇ, ਲੇਕਿਨ ਅੱਜ ਤੁਹਾਡੇ ਸਾਹਮਣੇ ਅਸੀਂ ਉਹੀਓ ਟੌਪਿਕ ਲੈ ਕੇ ਆਏ ਹਾਂ। ਸੋ ਉਮੀਦ ਕਰਦੇ ਹਾਂ ਕਿ ਇਸ ਪ੍ਰੋਗਰਾਮ ਦੇ ਰਾਹੀਂ ਡਾਕਟਰ ਹਰਸ਼ਿੰਦਰ ਕੌਰ ਹੋਰਾਂ ਦੇ ਰਾਹੀਂ ਸਾਂਝਾ ਟੀਵੀ ਦੀ ਇਹੀਓ ਕੋਸ਼ਿਸ਼ ਹੈ ਕਿ ਕਿਸੇ ਵੀ ਜ਼ਿੰਦਗੀ ਦੇ ਵਿੱਚ ਜੋ ਹੈ ਚਾਨਣਾ ਕ੍ਰੀਏਟ ਕੀਤਾ ਜਾ ਸਕੇ, ਕਿਸੇ ਦੀ ਮਦਦ ਕੀਤੀ ਜਾ ਸਕੇ। ਸੋ ਅਗਰ ਅੱਜ ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਡਾਕਟਰ ਹਰਸ਼ਿੰਦਰ ਕੌਰ ਹੋਰਾਂ ਦਾ। ਮੈਂ ਬਹੁਤ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਤੇ ਤੁਹਾਡੇ ਰਾਹੀਂ ਜਿੰਨੇ ਵੀ ਵੇਖ ਸੁਣ ਸਕਦੇ ਨੇ ਸਭਨਾਂ ਨੂੰ ਨਿੱਘੀ ਫਤਿਹ ਜੀ। ਜੇਕਰ ਅਸੀਂ ਜਿਵੇਂ ਔਟਿਜ਼ਮ ਦਾ ਜ਼ਿਕਰ ਕੀਤਾ ਸੀ, ਤੁਸੀਂ ਲੱਛਣ ਦੱਸੇ ਸੀ ਜਨਮ ਤੋਂ ਲੈ ਕੇ ਇੱਕ ਜਵਾਕ ਤੱਕ ਦੇ ਕਿਹੋ ਜਿਹੇ ਲੱਛਣ ਹੁੰਦੇ ਨੇ। ਜੇਕਰ ਇਹਨਾਂ ਦੀ ਅੱਗੇ ਦੀ ਜ਼ਿੰਦਗੀ ਦਾ ਅਸੀਂ ਚਾਨਣਾ ਮੁਹਾਰਾ ਕਰਨਾ ਚਾਹੀਏ, ਅਸੀਂ ਦੇਖਣਾ ਚਾਹੀਏ, ਇਹਨਾਂ ਨੂੰ ਕੁਝ ਸਿਖਾਉਣਾ ਚਾਹੀਏ ਤਾਂ ਕਿਸ ਤਰੀਕੇ ਦੇ ਨਾਲ ਟ੍ਰੇਨ ਕੀਤਾ ਜਾ ਸਕਦਾ। ਇੱਕ ਅਡਲਟ ਲਾਈਫ ਦਾ ਜ਼ਿਕਰ ਕਰੀਏ, ਬੱਚਿਆਂ ਦਾ ਤਾਂ ਅਸੀਂ ਜ਼ਿਕਰ ਕਰ ਰਹੇ ਹਾਂ। ਅਗਰ ਇਹ ਬਚਪਨ ਤੋਂ ਲੈ ਕੇ 5 ਸਾਲ ਦੀ ਉਮਰ ਦੇ ਵਿੱਚ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੇ ਮਾਪਿਆਂ ਨੂੰ ਨਹੀਂ ਵੀ ਕਈ ਵਾਰ ਪਤਾ ਲੱਗਦੀਆਂ ਕਿ ਇਹ ਅੱਗੇ ਵੱਧ ਸਕਦੀਆਂ ਨੇ ਅਡਲਟ ਲਾਈਫ ਦੇ ਵਿੱਚ, ਉਸਦੇ ਲੱਛਣ ਕੀ ਨੇ, ਉਸਦੇ ਸਿੰਪਟਮਸ ਕੀ ਨੇ? ਬਿਲਕੁਲ ਮੈਂ ਇਹ ਤੁਹਾਡੇ ਨਾਲ ਸਹਿਮਤ ਹਾਂ ਕਿ ਬਹੁਤ ਸਾਰੇ ਇਹੋ ਜਿਹੇ ਕੇਸਿਸ ਜਿਹੜੇ ਪਤਾ ਹੀ ਨਹੀਂ ਲੱਗਦੇ ਬਚਪਨ ਵਿੱਚ, ਮਾਪਿਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਇਸ ਚੀਜ਼ ਲਈ ਡਾਕਟਰ ਕੋਲ ਜਾਣਾ ਵੀ ਹੈ। ਸੋ ਸਿਰਫ ਜਿੱਦੀ ਹੈ ਬੱਚਾ ਜਾਂ ਅੜਪ ਹੈ ਬੱਚਾ ਜਾਂ ਇਹ ਬੜਾ ਇੰਟਰੋਵਰਟ ਹੈ ਕਹਿ ਕੇ ਉਹਨੂੰ ਉਸੇ ਤਰ੍ਹਾਂ ਹੀ ਨਬੇੜ ਦਿੰਦੇ ਨੇ ਤੇ ਉਹ ਪਤਾ ਲੱਗਦਾ ਜੇ ਜਦੋਂ ਵੱਡਾ ਹੋਇਆ ਬੰਦਾ ਜਿਸ ਚ ਬਹੁਤ ਸਾਰੇ ਅਜਿਹੇ ਲੱਛਣ ਆਉਂਦੇ ਨੇ। ਤੁਸੀਂ ਹੈਰਾਨ ਹੋਗੇ, ਮੈਂ ਨਾਮ ਤਾਂ ਨਹੀਂ ਦੱਸ ਸਕਦੀ ਪਰ ਸਾਡੇ ਕੋਲ ਇੱਕ ਡਾਕਟਰ ਸਟੂਡੈਂਟ ਤੱਕ ਵੀ ਹੈਗਾ ਜੇ, ਉਹ ਡਾਕਟਰੀ ਤੱਕ ਐਡਮਿਸ਼ਨ ਲੈ ਗਿਆ ਪਰ ਉਹਨੂੰ ਅਸੀਂ ਯਾਨੀ ਹੁਣ ਵੀ ਉਹਨੂੰ ਔਟਿਜ਼ਮ ਦੀ ਬਿਮਾਰੀ ਹੈ ਤੇ ਤੁਸੀਂ ਸਮਝ ਲਓ ਕਿ ਉਹ ਹੋਰਨਾਂ ਦੇ ਬੱਚਿਆਂ ਨੂੰ ਕਿਸ ਤਰੀਕੇ ਟਰੀਟ ਕਰੇਗਾ, ਕਿਉਂਕਿ ਉਹਦੇ ਪੇਰੈਂਟਸ ਨੂੰ ਪਤਾ ਹੀ ਨਹੀਂ ਸੀ, ਅਨਟ੍ਰੀਟਡ ਚਲਾ ਗਿਆ
ਤੇ ਹੁਣ ਉਹਨੂੰ ਡਾਇਗਨੋਸ ਕਰਕੇ ਹੁਣ ਉਹਨੂੰ ਅਸੀਂ ਟ੍ਰੇਨ ਕਰ ਰਹੇ ਹਾਂ ਕਿ ਕਿਸੇ ਹੋਰ ਦੇ ਬੱਚੇ ਨੂੰ ਤੂੰ ਟ੍ਰੀਟ ਕਰਨਾ ਹੈ। ਆਪ ਇੱਕ MD ਦੀ ਡਿਗਰੀ ਲਈ ਹੋਇਆ ਕਿ ਤੂੰ ਇਸ ਤਰੀਕੇ ਯਾਨੀ ਸਮਝ ਲਓ ਕਿ ਕਿਸ ਤਰੀਕੇ ਇਹ ਚੀਜ਼ਾਂ ਇਗਨੋਰ ਹੋਣ ਤਾਂ ਉੱਪਰ ਤੱਕ ਪਹੁੰਚ ਜਾਂਦੀਆਂ ਨੇ। ਇੱਕ ਯਾਨੀ ਡਾਕਟਰ ਆਪ ਹੋਣਾ ਜਿਸ ਨੂੰ ਹੂੰ ਆਟਿਜ਼ਮ ਹੋਵੇ, ਲੱਭਿਆ ਹੀ ਨਾ ਗਿਆ ਹੋਵੇ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਮੇਰਾ ਖਿਆਲ ਅੱਜ ਆਪਾਂ ਸਾਂਝੀਆਂ ਕਰ ਦਈਏ, ਸਪਸ਼ਟ ਕਰ ਦਈਏ ਕਿ ਜਿਸ ਜੀ ਤਰੀਕੇ ਦੀ ਆਟਿਜ਼ਮ ਦੇ ਰੋਗ ਨੇ, ਜੋ ਕਿਤਾਬਾਂ ਵਿੱਚ ਛਪ ਚੁੱਕੇ ਨੇ, ਜੋ ਖੋਜਾਂ ਸਾਹਮਣੇ ਆ ਚੁੱਕੀਆਂ ਨੇ, ਇਹ ਪ੍ਰੋਗਰਾਮ ਸਿਰਫ ਉਸੇ ਉੱਤੇ ਆਧਾਰਿਤ ਹੈ। ਨਾ ਇਹ ਤੁਹਾਡੀ ਕੋਈ ਪਰਸਨਲ, ਨਾ ਮੇਰੀ ਕੋਈ ਪਰਸਨਲ ਚੀਜ਼ ਹੈ। ਸੋ ਇਹਦੇ ਵਿੱਚ ਹੁੰਦਾ ਜੇ ਕੁਝ ਕੁ ਚੀਜ਼ਾਂ ਜਿਵੇਂ ਅਸੀਂ ਦੂਸਰੇ ਨੂੰ ਦੇਖਣਾ ਹੈ, ਉਹਦੇ ਕਿਸ ਤਰੀਕੇ ਦੇ ਉਹ ਹਾਵ ਭਾਵ ਵਿਖਾ ਰਿਹਾ। ਸੋ ਪਹਿਲੀ ਚੀਜ਼ ਉਹਦੇ ਉੱਤੇ ਨਿਰਧਾਰਤ ਹੁੰਦੀ ਹੈ ਕਿ ਕੋਈ ਲੋੜੋਂ ਵੱਧ, ਜਿਵੇਂ ਮਿਸਾਲ ਵਜੋਂ ਕੁਝ ਦੱਸਣਾ ਹੈ, ਤੇ ਉਹ ਆਪਣੇ ਹੱਥ ਵੀ ਇਸ ਤਰ੍ਹਾਂ ਹਿਲਾਈ ਜਾਵੇ, ਮੈਂ ਇਹ ਦੱਸਣਾ ਚਾਹ ਰਿਹਾ, ਇੰਜ ਕਰਨਾ ਚਾਹ ਰਿਹਾ, ਉਹ ਯਾਨੀ ਇਸ ਤਰੀਕੇ ਦੇ ਕੁਝ ਓਵਰ ਐਗਜ਼ੈਜਰੇਟਿਡ ਜੇ ਜਿਸ ਤਰ੍ਹਾਂ ਦੇ ਉਹ ਜੈਸਚਰਸ ਕਰ ਰਿਹਾ ਹੋਵੇ ਜਾਂ ਲੱਛਣ ਦਿਖਾ ਰਿਹਾ ਹੋਵੇ। ਸੋ ਉਹ ਵੀ ਇੱਕ ਤਰੀਕੇ ਦੇ ਇਹਦਾ ਇੱਕ ਇੱਕ ਲੱਛਣ ਉਹਦੇ ਵਿੱਚ ਇਹ ਹੋ ਸਕਦਾ। ਬਿਲਕੁਲ ਇਸੇ ਹੀ ਤਰ੍ਹਾਂ ਕਈ ਵਾਰ ਤੁਸੀਂ ਉਹ ਬੰਦਾ ਐਵੇਂ ਹੀ ਕਿਸੇ ਵੱਲ ਲਗਾਤਾਰ ਘੂਰ ਸਕਦਾ, ਉਹਨੂੰ ਆਪਣੀ ਸੋਚ ਵਿੱਚ ਉਹ ਹੁੰਦਾ ਯਾਨੀ ਮੈਂ ਕਿਸੇ ਹੋਰ ਹੀ ਸੋਚ ਵਿੱਚ ਡੁੱਬਿਆ ਤੇ ਲਗਾਤਾਰ ਦੂਜੇ ਵੱਲ ਘੂਰੀ ਜਾਂਦਾ, ਜਿਸ ਤੇ ਕਈ ਵਾਰ ਉਹ ਥੱਪੜ ਤੱਕ ਵੀ ਖਾ ਜਾਂਦਾ ਜਾਂ ਉਹਦੀ ਸ਼ਿਕਾਇਤ ਤੱਕ ਵੀ ਹੋ ਜਾਂਦੀ ਹੈ ਕਿ ਕਿਉਂ ਇਸ ਤਰੀਕੇ ਦਾ ਉਹ ਬਿਹੇਵੀਅਰ ਕਰ ਰਿਹਾ, ਜਦ ਕਿ ਉਹਦੇ ਇਹ ਆਪਣੇ ਹੱਥ ਵੱਸ ਹੁੰਦਾ ਹੀ ਨਹੀਂ। ਉਹ ਇਹ ਚੀਜ਼ ਉਸ ਤਰ੍ਹਾਂ ਦੀ ਵੀ ਹੋ ਸਕਦੀ ਹੈ। ਬਿਲਕੁਲ ਇਸੇ ਤਰ੍ਹਾਂ ਉਹਦੇ ਕੁਝ ਕੁ ਸੋਸ਼ਲ ਐਕਸਪ੍ਰੈਸ਼ਨ ਇਦਾਂ ਦੇ ਹੋ ਸਕਦੇ ਆ, ਜਿਵੇਂ ਉਹ ਕਿ ਕੁਝ ਜਿਵੇਂ ਅਫਸੋਸ ਦੀ ਗੱਲ ਕਰ ਰਿਹਾ ਹੋਵੇ ਤੇ ਚਿਹਰੇ ਤੇ ਮੁਸਕਾਨ ਆ ਜਾਵੇ, ਯਾਨੀ ਇਸ ਤਰ੍ਹਾਂ ਦੀ ਗੱਲ ਕਰ ਰਿਹਾ, ਪਤਾ ਹੈ ਉਹ ਨਾ ਜਦੋਂ ਮਰਨ ਲੱਗਾ ਸੀ, ਬਸ ਕੀ ਦੱਸਾਂ, ਯਾਨੀ ਇੰਜ ਦੇ ਉਹਦੇ ਬਿਹੇਵੀਅਰ, ਜੋ ਉਹਦਾ ਫੇਸ਼ੀਅਲ ਐਕਸਪ੍ਰੈਸ਼ਨਸ ਇਸ ਤਰ੍ਹਾਂ ਦੇ ਵੱਖ ਤਰ੍ਹਾਂ ਦੇ ਹੋ ਸਕਦੇ ਨੇ। ਉਹ ਇਸ ਬੰਦੇ ਨੂੰ ਆਮ ਲੋਕ ਕਹਿ ਜਾਂਦੇ ਨੇ ਕਿ ਪਾਗਲ ਹੈ ਜੀ, ਇਹ ਨਹੀਂ ਠੀਕ ਹੈ, ਮਾਨਸਿਕ ਪੱਖੋਂ ਰੋਗੀ ਹੈ। ਉਹ ਔਟਿਜ਼ਮ ਦੇ ਹੀ ਲੱਛਣ ਹੁੰਦੇ ਨੇ ਜਿਹੜੇ ਬਚਪਨ ਤੋਂ ਤੁਰਦੇ ਆਂਦੇ ਇਸ ਤਰ੍ਹਾਂ ਦੇ। ਯਾਨੀ ਜੇ ਕਿਸੇ ਦੀ ਖੁਸ਼ੀ ਦੀ ਗੱਲ ਕਰਨੀ ਹੈ ਤਾਂ ਅਫਸੋਸ ਜਿਹਾ ਮੂੰਹ ਬਣਾ ਕੇ ਬਸ ਉਹਦਾ ਤਾਂ ਹੁਣ ਅੱਜ ਜਨਮ ਦਿਨ ਦੀ ਸੈਲੀਬ੍ਰੇਸ਼ਨ ਹੈ, ਕੁਛ ਇੰਜ ਦਾ, ਯਾਨੀ ਉਹਦੇ ਆਲਟਰਡ ਬਿਹੇਵੀਅਰ, ਹੂੰ ਫੇਸ਼ੀਅਲ ਐਕਸਪ੍ਰੈਸ਼ਨ ਹੁੰਦੇ ਨੇ। ਬਿਲਕੁਲ ਇੰਜ ਹੀ ਉਹਦੀ ਆਵਾਜ਼ ਦੀ ਟੋਨ ਹੂੰ ਕੁਛ ਇਸ ਤਰ੍ਹਾਂ ਦੀ ਹੋ ਸਕਦੀ ਹੈ, ਜਿਵੇਂ ਕੁਝ ਚੀਜ਼ਾਂ ਐਕਸਪ੍ਰੈਸ਼ਨ ਜਦੋਂ ਉਹਨੇ ਸਮਝਾਉਣ ਦੀ ਕੋਸ਼ਿਸ਼ ਕਰਨੀ ਹੈ ਤਾਂ ਜਿਵੇਂ ਆਪਾਂ ਵੀ ਕਿਸੇ ਚੀਜ਼ 'ਚ ਟੋਨ ਥੋੜੀ ਉੱਚੀ ਲੈ ਜਾਂਦੇ ਆ, ਕਿਤੇ ਥੋੜੀ ਜਿਹੀ ਪਿੱਚ ਹਲਕੀ ਨੀਵੀਂ ਜਾਂ ਉੱਚੀ ਹੋ ਜਾਂਦੀ ਹੈ, ਯਾਨੀ ਜਿਸ ਚੀਜ਼ ਤੇ ਅਸੀਂ ਜ਼ੋਰ ਪਾਉਣਾ ਚਾਹੁੰਦੇ ਆ ਉਸ ਚੀਜ਼ ਨੂੰ ਉਂਝ ਹੀ ਅਸੀਂ ਦਰਸਾਉਣਾ ਵੀ ਚਾਹੁੰਦੇ ਹੁੰਦੇ ਆ ਕਿ ਇਹ ਹੁਣ ਬਹੁਤ ਕਿਸੇ ਨੂੰ ਹੱਲਾਸ਼ੇਰੀ ਦੇਣ ਵਾਲੀ, ਉਹ ਚਾਹੇ ਸ਼ਾਬਾਸ਼ ਹੋਏ, ਤੇ ਫਿਰ ਕਿਤੇ ਹਲਕਾ ਤੁਹਾਡੀ ਟੋਨ ਉਹੀ ਹੋ ਜਾਂਦੀ ਹੈ। ਇਹਨਾਂ ਵਿੱਚ ਆਮ ਤੌਰ ਤੇ ਸੇਮ ਹੀ ਟੋਨ ਤੁਰੀ ਜਾਂਦੀ ਹੈ, ਜਿਸ 'ਚ ਤੁਹਾਨੂੰ ਕੋਈ ਅਗਲਾ ਬੰਦਾ ਜੋ ਬੋਲ ਰਿਹਾ ਐਕਸਪ੍ਰੈਸਿਵ ਨਹੀਂ ਜਾਪਦਾ, ਤੁਹਾਨੂੰ ਲੱਗਦਾ ਵੀ ਇਹ ਤਾਂ ਐਵੇਂ ਢਿੱਲ ਮੱਠ ਜਿਹਾ ਪਤਾ ਨਹੀਂ ਕੀ ਗੱਲ ਕਰ ਗਿਆ, ਪੂਰੀ ਵੀ ਕੀਤੀ ਕਿ ਨਹੀਂ, ਅੱਧੀ ਜੀ ਮੁਕਾ ਕੇ ਤੁਰ ਗਿਆ। ਸੋ ਇਦਾਂ ਦੀ ਉਹਦੀ ਟੋਨ 'ਚ ਫਰਕ ਹੋ ਸਕਦੀ ਹੈ। ਉਂਝ ਹੀ ਇਹਨਾਂ ਨੂੰ ਆਮ ਤੌਰ ਤੇ ਜਿਵੇਂ ਤੁਸੀਂ ਕੋਈ ਹਾਸੇ ਦੀ ਜਾਂ ਚੁਟਕਲਾ ਸੁਣਾਇਆ ਤੇ ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ। ਹੂੰ ਤੁਸੀਂ ਵੇਖਿਆ ਹੋਏਗਾ, ਅਸੀਂ ਆਮ ਤੌਰ ਤੇ ਕਹਿੰਦੇ ਆ ਜੀ ਟਿਊਬਲਾਈਟ ਹੀ ਹੈ, ਤਾਂ ਬੰਦਾ ਅਗਲੇ ਦਿਨ ਜਾ ਕੇ ਹੱਸਿਆ, ਇਹਨੂੰ ਸਮਝ ਹੀ ਨਹੀਂ ਆਈ। ਸੋ ਇਹ ਚੀਜ਼ਾਂ ਵੀ ਇਹਨਾਂ ਦੇ ਨਾਲ ਆਮ ਹੀ ਹੋ ਜਾਂਦੀਆਂ ਕਿ ਇਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਕਿ ਇਹ ਕੋਈ ਯਾਨੀ ਚੁਟਕਲਾ ਸੀ ਜਿਸ ਤੇ ਹੱਸਣਾ ਹੈ, ਜਾਂ ਕੋਈ ਇਹਦੇ ਵਿੱਚ ਜਦੋਂ ਕੋਈ ਟੌਂਟ ਜੇ ਆਪਾਂ ਮਾਰਦੇ ਆ, ਸਰਕਾਜ਼ਮ ਜਿਹਨੂੰ ਕਹਿੰਦੇ ਆ, ਅਸੀਂ ਕਿਸੇ ਨੂੰ ਉਹਦੇ ਤੇ ਮਾਰਿਆ ਜਾਵੇ, ਇਹਨਾਂ ਨੂੰ ਸਮਝ ਹੀ ਨਹੀਂ ਆਉਂਦੀ। ਯਾਨੀ ਉਹ ਗੱਲ ਅਸੀਂ ਤਾਂ ਕਿਸੇ ਤੇ ਟੌਂਟ ਜਿਹਾ ਹੀ ਮਾਰਿਆ, ਪਰ ਉਹ ਉਹਨੂੰ ਐਜ਼ ਸੱਚ ਨਾਰਮਲੀ ਲੈ ਕੇ ਵੀ ਹਾਂਜੀ ਇੰਜ ਹੀ ਕਰਨਾ। ਸੋ ਉਹਨੂੰ ਉਂਝ ਹੀ ਜਿਵੇਂ ਦਰਵਾਜ਼ਾ ਮੂੰਹ ਤੇ ਮਾਰ ਲੈਂਦਾ ਤਾਂ ਸ਼ਾਇਦ ਜ਼ਿਆਦਾ ਵਧੀਆ ਰਹਿੰਦਾ, ਤੇ ਉਹ ਜਾ ਕੇ ਆਪਣੇ ਆਪ ਮੂੰਹ ਤੇ ਦਰਵਾਜ਼ਾ ਹੀ ਮਾਰ ਲੈਂਦਾ, ਅੱਛਾ ਜੀ ਇਹੀ ਕਿਹਾ ਸੀ। ਯਾਨੀ ਉਹ ਚੀਜ਼ ਇਹਦੇ ਸਮਝਣ ਦੀ ਸਮਰੱਥਾ ਬਹੁਤ ਘੱਟ ਹੁੰਦੀ ਜੇ, ਜਾਂ ਕਈ ਵਾਰ ਬਹੁਤ ਲੇਟ ਸਮਝ ਆਉਂਦੀ ਜੇ, ਕਈ ਵਾਰ ਉਹ ਉਲਟੀ ਸਮਝ ਕੇ ਕੁਝ ਹੋਰ ਹੀ ਕਰ ਜਾਂਦਾ। ਹੂੰ ਹੁਣ ਇਸੇ ਨਾਲ ਇਹਨਾਂ ਦੀ ਕਈ ਵਾਰ ਸਪੀਚ ਦੀ ਇਸ ਤਰ੍ਹਾਂ ਦਾ ਹੋ ਜਾਂਦਾ ਕਿ ਉਹਨਾਂ ਨੇ ਦੂਜੇ ਨੂੰ ਗੱਲ ਸਮਝਾਉਣ ਵਿੱਚ ਬੜੇ ਕੁਝ ਸ਼ਬਦ ਅਜਿਹੇ ਵਰਤ ਲੈਂਦੇ ਨੇ ਜਿਹੜੀ ਗੱਲ ਦਾ ਕੁਝ ਉਹਦਾ ਅਰਥ ਹੀ ਕੁਝ ਹੋਰ ਬਣ ਜਾਂਦਾ।
ਯਾਨੀ ਕਹਿਣਾ ਕੁਝ ਹੋਰ ਚਾਹੁੰਦੇ ਨੇ ਪਰ ਗੱਲ ਕੁਝ ਹੋਰ ਤਰੀਕੇ ਕਹਿ ਜਾਂਦੇ ਨੇ। ਸੋ ਉਹਦੇ ਨਾਲ ਵੀ ਯਾਨੀ ਜਿਵੇਂ ਕੋਈ ਕਹਿਣਾ ਕਿ ਮੈਨੂੰ ਬਹੁਤ ਚੰਗਾ ਲੱਗਿਆ, ਤੁਹਾਡੀ ਗੱਲ ਸੁਣ ਕੇ ਬੜਾ ਚੰਗਾ ਲੱਗਿਆ ਦੀ ਥਾਂ ਤੇ ਬੜਾ ਉਹ ਗਮਗੀਨ ਜਿਹਾ ਹੋ ਕੇ ਹੂੰ ਅਹ ਚੰਗੀ ਗੱਲ ਸੀ, ਹੂੰ ਮਤਲਬ ਅੱਗੇ ਨਾਲੇ ਉਹ ਕੁਐਸਚਨ ਮਾਰਕ ਹੈ ਕਿ ਐਕਸਕਲੇਮੇਸ਼ਨ ਮਾਰਕ ਹੈ, ਕੁਝ ਨਹੀਂ ਪਤਾ। ਯਾਨੀ ਤੁਹਾਨੂੰ ਉਹ ਸਮਝਾ ਹੀ ਨਹੀਂ ਸਕਦੇ ਕਿ ਮੈਨੂੰ ਕਿੰਜ ਦਾ ਮਹਿਸੂਸ ਹੋਇਆ, ਕਿੰਜ ਦੀ ਹੂੰ ਮੈਂ ਗੱਲ ਕਰਨਾ ਚਾਹੁੰਦਾ। ਸੋ ਹੂੰ ਆਮ ਤੌਰ ਤੇ ਇਹ ਦੂਜਿਆਂ ਨੂੰ ਬਹੁਤ ਖਿਜਾਉਂਦੇ ਨੇ, ਹੂੰ ਬਹੁਤ ਗੁੱਸਾ ਚੜਾ ਦਿੰਦੇ ਨੇ। ਉਹ ਕਈ ਵਾਰ ਯਾਨੀ ਦੂਜਾ ਬੰਦਾ ਇਹ ਸਮਝੇ ਬਗੈਰ ਕਿ ਤੁਸੀਂ ਕਿਸੇ ਮਾਨਸਿਕ ਰੋਗ ਨਾਲ ਡੀਲ ਕਰ ਰਹੇ ਹੋ, ਤੁਸੀਂ ਉਸੇ ਹਿਸਾਬ ਨਾਲ ਹੀ ਉਹਦੇ ਨਾਲ ਗੱਲ ਕਰਨੀ, ਉਹ ਨਹੀਂ ਸਮਝਦੇ। ਸੋ ਆਮ ਤੌਰ ਤੇ ਇਹ ਬੰਦੇ ਜਾਂ ਤਾਂ ਕਿਸੇ ਦੀ ਖਿੱਚ ਦਾ ਸ਼ਿਕਾਰ, ਕਿਸੇ ਦੇ ਮਾਰ ਕੁਟਾਈ ਦਾ ਸ਼ਿਕਾਰ, ਈਵਨ ਕਈ ਵਾਰ ਤਾਂ ਕਿਸੇ ਦੋਸ਼ ਹੇਠ ਧੱਕੇ ਨਾਲ ਪੁਲਿਸ ਦੇ ਅੜਿੱਕੇ ਵੀ ਚੜ ਜਾਂਦੇ ਨੇ। ਯਾਨੀ ਗੱਲ ਕਰਨ ਦਾ ਮਕਸਦ ਇਹ ਸੀ ਸਮਝਾਉਣਾ ਕਿ ਇਹਨਾਂ ਦੀ ਇਲਾਜ ਦੀ ਲੋੜ ਹੁੰਦੀ ਹੈ, ਨਾ ਕਿ ਇਸ ਤਰੀਕੇ ਦਾ ਵਿਹਾਰ ਕਿ ਉਹ ਵਿਚਾਰੇ ਮਜਬੂਰ ਨੇ ਆਪਣੇ ਦਿਮਾਗ ਹੱਥੋਂ, ਇੱਕ ਹੂੰ ਰੋਗ ਨਾਲ ਪੀੜਤ ਨੇ, ਜਿਨ੍ਹਾਂ ਨੂੰ ਅਸੀਂ ਅਹ, ਇਸ ਤਰੀਕੇ ਜੇ ਅਸੀਂ ਆਪ ਉਹਨਾਂ ਦੇ ਨਾਲ ਕਰਾਂਗੇ ਤਾਂ ਇਹਦਾ ਮਤਲਬ ਹੈ ਅਸੀਂ ਸਗੋਂ ਉਹਨਾਂ ਤੋਂ ਵੱਧ ਮਾਨਸਿਕ ਰੋਗੀ ਹਾਂ। ਯਾਨੀ ਸੋਚਦੇ ਸਮਝਦੇ ਸਭ ਕੁਝ ਜਾਣਦੇ ਵੀ ਜੇ ਅਸੀਂ ਉਹਨਾਂ ਨੂੰ ਨਹੀਂ ਉਹਨਾਂ ਨਾਰਮਲ ਵਾਂਗ ਲਿਆ ਸਕਦੇ, ਨਹੀਂ ਡੀਲ ਕਰ ਸਕਦੇ, ਤਾਂ ਸਾਡੇ ਵਿੱਚ ਕਮੀ ਹੈ ਕਿ ਸਾਨੂੰ ਹੂੰ ਪਤਾ ਹੀ ਨਹੀਂ। ਹੂੰ ਇਹਨਾਂ ਵਿੱਚ ਕਈ ਵਾਰ ਕੁਝ ਜਿਵੇਂ ਪ੍ਰੋਨੰਸੀਏਸ਼ਨ ਚ ਵੀ ਗਲਤੀ ਹੋ ਜਾਂਦੀ ਹੈ। ਮਿਸਾਲ ਵਜੋਂ ਪਾਣੀ ਕਹਿਣ ਲੱਗਿਆ ਉਹ ਇੱਕਦਮ ਕੁਝ ਲਫ਼ਜ਼ ਕੁਝ ਹੋਰ ਦੀ ਤਰ੍ਹਾਂ ਮਾਈ ਕਰ ਜਾਵੇ, ਜਾਂ ਇੰਜ ਦਾ ਕੁਝ ਉਹ ਸ਼ਬਦ ਨੂੰ ਹੀ ਕੁਝ ਹੋਰ, ਤੇ ਕੁਝ ਵਾਰ ਲਾਈਨ ਬੋਲਦੇ ਬੋਲਦੇ ਕੁਝ ਸ਼ਬਦ ਖਾ ਹੀ ਜਾਣੇ, ਉਹ ਗੱਲ ਹੂੰ ਦਾ ਕੁਝ ਹੋਰ ਮਤਲਬ ਲੰਘ ਜਾਣਾ। ਹੂੰ ਫਿਰ ਕਈ ਵਾਰ ਕੀ ਹੁੰਦਾ ਜੇ ਕਿ ਇਹ ਆਪਣੇ ਆਪ ਨੂੰ ਕਿਸੇ ਥਾਈਂ ਸਹਿਜ ਮਹਿਸੂਸ ਨਹੀਂ ਕਰਦੇ, ਕਿ ਬੈਠੇ ਨੇ ਤਾਂ ਉਹਨਾਂ ਦੇ ਨਾਲ ਵੀ ਕੋਈ ਹੋਰ ਹੈ ਤਾਂ ਉਹ ਕੂਣੀ ਵੱਜ ਜਾਣੀ, ਇਸ ਤਰ੍ਹਾਂ ਐ ਮੋਢਾ ਝਟਕ ਦੇਣਾ, ਅੱਖਾਂ ਜੀਆਂ ਮਾਰਨ ਲੱਗ ਜਾਣੀਆਂ, ਇਸ ਤਰ੍ਹਾਂ ਅਜੀਬ ਜੀਆਂ ਚੀਜ਼ਾਂ ਕਰਨ ਲੱਗ ਜਾਣੀਆਂ, ਜੋ ਕਿ ਉੱਥੇ ਬੈਠੇ ਨੂੰ ਸ਼ਾਇਦ ਇਹ ਮੁਸ਼ਕਲ ਜਾਪੇ ਸਾਰਾ ਕੁਝ ਸਹਿਣਾ। ਸੋ ਉਹ ਵੀ ਲੋਕ ਕਈ ਵਾਰ ਇਹਨਾਂ ਤੇ ਖਿਝ ਜਾਂਦੇ ਨੇ। ਫਿਰ ਇਹਨਾਂ ਦੇ ਇੱਕ ਹੁੰਦਾ ਜੇ ਕਿ ਤੁਸੀਂ ਉਹੀ ਆਵਾਜ਼ ਵਾਰ-ਵਾਰ ਬੋਲੀ ਜਾਣੀ, ਯਾਨੀ ਲਫ਼ਜ਼ ਰਿਪੀਟ ਕਰੀ ਜਾਣੇ, ਇੱਕੋ ਲੈ ਲਿਆ ਅਸੀਂ ਉਹਨੂੰ ਕਹਿੰਦੇ ਆ ਕਿ ਉੱਥੇ 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 ਇੰਜ ਇੰਜ ਉਹੀ ਲਫ਼ਜ਼ ਵਾਰ-ਵਾਰ ਕਰੀ ਜਾਣੇ, ਬੋਲੀ ਜਾਣੇ। ਇਹ ਵੀ ਇਹਨਾਂ ਵਿੱਚ ਆਮ ਹੀ ਦੇਖਿਆ ਗਿਆ। ਤੇ ਕਈ ਵਾਰ ਉਹ ਸ਼ਬਦ ਯਾਨੀ ਪੁੱਠਾ ਵੀ ਬੋਲ ਸਕਦੇ ਨੇ, ਜਿਵੇਂ ਮਿਸਾਲ ਵਜੋਂ ਹੜੱਪ ਕਹਿਣਾ ਹੈ ਤਾਂ ਹੱਪੜ ਕਹਿ ਜਾਣਾ। ਏਦਾਂ ਦੀਆਂ ਵੀ ਚੀਜ਼ਾਂ ਕਈ ਵਾਰ ਇਹਨਾਂ ਵਿੱਚ ਦੇਖੀਆਂ ਗਈਆਂ, ਜੋ ਕਿ ਲੱਛਣ ਸਾਨੂੰ ਲੱਭ ਜਾਣਾ ਚਾਹੀਦੇ ਨੇ ਇਹਨਾਂ ਵਿੱਚ, ਕਿ ਇਸ ਤਰ੍ਹਾਂ ਦਾ ਜੇ ਕੋਈ ਕਰ ਰਿਹਾ ਤਾਂ ਉਹਨੂੰ ਇਲਾਜ ਦੀ ਲੋੜ ਏ। ਉਹਦੇ ਮਾਪਿਆਂ ਨੂੰ ਦੱਸਿਆ ਜਾ ਸਕਦਾ ਹੈ, ਉਹਦੇ ਸਾਥੀਆਂ ਨੂੰ, ਜਾਂ ਜੋ ਵੀ ਉਹਦੇ ਘਰ ਵਾਲੇ ਨੇ, ਕਿ ਭਾਈ ਇਹਦੇ ਇਲਾਜ ਦੀ ਲੋੜ ਏ। ਆਮ ਤੌਰ ਤੇ ਅਸੀਂ ਇਹੋ ਜਿਹੇ ਕੇਸ ਮੈਂ ਤਾਂ ਇਹ ਸਮਝਾ ਰਹੀ ਹਾਂ ਕਿ ਕਈ ਵਾਰ ਮਾਪੇ ਇੱਥੋਂ ਤੱਕ ਕਹਿ ਜਾਂਦੇ ਨੇ ਕਿ ਇਸ ਤਰ੍ਹਾਂ ਦੇ ਮੁੰਡੇ ਦਾ ਵਿਆਹ ਕਰ ਦਿਓ, ਹੂੰ ਸਾਡੀ ਕੁੜੀ ਦਾ ਵਿਆਹ ਕਰ ਦਿਓ ਜੀ, ਵਿਆਹ ਤੋਂ ਬਾਅਦ ਸਾਰੇ ਠੀਕ ਹੋ ਜਾਣਗੇ, ਸਿੱਧੜ ਜਿਹਾ। ਤੁਸੀਂ ਹੂੰ ਆਮ ਸ਼ਬਦ ਸੁਣਿਆ ਹੋਏਗਾ, ਅਸੀਂ ਬਹੁਤ ਸਾਰੇ ਕੇਸ ਦੇਖੇ ਨੇ ਜੀ ਜਿੱਥੇ ਹੋਰ ਸਗੋਂ ਜ਼ਿੰਦਗੀ ਖਰਾਬ ਕਰ ਦਿੰਦੇ ਆ, ਨਾਸ ਮਾਰ ਦਿੰਦੇ ਆ। ਕਾਰਨ ਸਿਰਫ ਇਹ ਕਿ ਅਸੀਂ ਉਹਨੂੰ ਡਾਇਗਨੋਜ਼ ਹੀ ਨਹੀਂ ਕਰ ਸਕੇ, ਇਹਦੇ 'ਚ ਬਿਮਾਰੀ ਸੀ, ਇਹ ਲੱਛਣ ਸੀ, ਇਹਦੇ ਇਲਾਜ ਦੀ ਲੋੜ ਏ। ਸਗੋਂ ਇੱਕ ਹੋਰ ਜ਼ਿੰਦਗੀ ਨਰਕ ਬਣਾਉਣ ਲਈ ਅਸੀਂ ਨਾਲ ਜੜ ਦਿੱਤੀ, ਜਿਸ ਨੂੰ ਕਈ ਵਾਰ ਬਹੁਤ ਜ਼ਿਆਦਾ ਮਾਰ ਕੁਟਾਈ, ਕਈ ਵਾਰ ਈਵਨ ਕੋਈ ਕਤਲ ਤੱਕ ਹੋ ਜਾਣਾ, ਜਾਂ ਇਸ ਤਰ੍ਹਾਂ ਦੇ ਵੀ ਬੜੇ ਸਾਰੇ ਕੇਸਿਸ ਦੇਖੇ ਗਏ ਜਿੱਥੇ ਫਿਰ ਡਾਈਵੋਰਸ ਤੱਕ ਵੀ ਇਹ ਕੇਸਿਸ ਜਾਂਦੇ ਨੇ। ਜਾਂ ਫਿਰ ਉਹ ਨਰਕ ਭਰੀ ਜ਼ਿੰਦਗੀ ਕਈ ਵਾਰ ਔਰਤਾਂ ਮਜਬੂਰੀ ਵਿੱਚ ਕੱਢ ਦਿੰਦੀਆਂ ਨੇ ਸਾਰੀ ਉਮਰ ਇਸੇ ਹੀ ਤਰ੍ਹਾਂ ਦੇ ਆਦਮੀ ਨਾਲ। ਇਹ ਬਹੁਤ ਔਖਾ ਹੁੰਦਾ ਜੇ। ਹੁਣ ਇਹਨਾਂ ਵਿੱਚ ਇੱਕ ਸੋਸ਼ਲ ਇੰਟਰੈਕਸ਼ਨ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਤਾਂ ਮੈਂ ਦੱਸ ਹੀ ਚੁੱਕੀ ਹਾਂ ਕਿ ਬਹੁਤ ਜ਼ਿਆਦਾ ਔਖਾ ਹੈ। ਇਕੱਲਾ ਰਹਿਣਾ ਪਸੰਦ ਕਰਨਾ, ਆਪਣੇ ਰੱਤੀ ਵੀ ਕੰਮਕਾਰ ਵਿੱਚ ਕਿਸੇ ਦੀ ਥੋੜੀ ਬਹੁਤ ਵੀ ਯਾਨੀ ਵਿੱਚ ਕੋਈ ਵੀ ਰੋਕ ਟੋਕ ਨਾ ਸਹਿ ਸਕਣੀ। ਫਿਰ ਉਹਨਾਂ ਦੀ ਕਿਉਂਕਿ ਉਹ ਜਿਵੇਂ ਮੈਂ ਦੱਸਿਆ ਸੀਗਾ ਕਿ ਉਹ ਸਗੋਂ ਅਫਸੋਸ ਵਾਲੀ ਗੱਲ ਤੇ ਹੱਸਣ ਲੱਗ ਜਾਣਾ,
ਜਾਂ ਇਦਾਂ ਦਾ ਬਿਹੇਵੀਅਰ ਜਿੱਥੇ ਕੋਈ ਤਕਲੀਫ 'ਚ ਬੈਠਾ ਹੋਏ ਤੇ ਉਹਦੇ ਨਾਲ ਸਾਹਮਣੇ ਤੁਸੀਂ ਹੱਸ ਕੇ ਕਹਿਣਾ ਅੱਛਾ ਅੱਛਾ ਬਹੁਤ ਜ਼ਿਆਦਾ ਹੀ ਪੀੜ ਹੈ, ਬਹੁਤ ਹੀ ਜ਼ਿਆਦਾ ਪੀੜ ਹੈ। ਯਾਨੀ ਬੰਦਾ ਦੂਸਰਾ ਸਗੋਂ ਆਪਣੇ ਦੁੱਖ ਨਾਲੋਂ ਵੱਧ ਇਸ ਤਰ੍ਹਾਂ ਦੇ ਐਕਸਪ੍ਰੈਸ਼ਨ ਤੋਂ ਹੋ ਜਾਂਦਾ ਜੇ, ਜਿਹਦੇ ਨਾਲ ਉਹ ਸਗੋਂ ਹੋਰ ਤਿੜਕ ਜਾਂਦਾ ਜੇ ਉੱਥੇ ਦਾ ਰਿਸ਼ਤਾ, ਭਾਵੇਂ ਉਹ ਦੋਸਤੀ ਦਾ ਹੀ ਹੋਏ ਤੇ ਭਾਵੇਂ ਹੂੰ ਜ਼ਿੰਦਗੀ ਭਰ ਨਿਭਾਉਣ ਵਾਲੀ ਗੱਲ। ਹੂੰ ਇਹਨਾਂ ਨੂੰ ਇੱਕ ਹੋਰ ਵੀ ਬੜਾ ਨੁਕਸ ਤਗੜਾ ਵੇਖਿਆ ਗਿਆ, ਜਿਸ ਵਿੱਚ ਕਿ ਤੁਸੀਂ ਸੁਣਨ ਦੀ ਜਿਹੜੀ ਕੋਈ ਉੱਚੀ ਆਵਾਜ਼ ਨੂੰ ਕਈ ਵਾਰ ਲੋੜੋਂ ਵੱਧ ਸੈਂਸਿਟੀਵਿਟੀ ਹੁੰਦੀ ਹੈ ਤੇ ਕਈ ਵਾਰ ਬਿਲਕੁਲ ਹੀ ਨਹੀਂ ਹੁੰਦੀ। ਯਾਨੀ ਤੁਹਾਨੂੰ ਆਵਾਜ਼ ਕੋਈ ਸੁਣੀ ਤੇ ਤੁਸੀਂ ਉਹਦਾ ਰਿਸਪੌਂਸ ਦੇਣਾ ਹੀ ਨਹੀਂ, ਤੇ ਜਾਂ ਉਹ ਫਿਰ ਆਵਾਜ਼ ਬੜੀ ਹਲਕੀ ਹੈ ਤਾਂ ਵੀ ਤੁਸੀਂ ਕਹੋ ਜੀ ਇਹ ਤਾਂ ਕੰਨ ਪਾੜਵੀਂ ਆਵਾਜ਼ ਹੈ ਜੀ, ਮੇਰਾ ਤਾਂ ਸੁਣਿਆ ਨਹੀਂ ਜਾ ਰਿਹਾ ਜੀ, ਬਿਲਕੁਲ ਇਸ ਤਰ੍ਹਾਂ ਦੀ ਵੀ ਇਹਨਾਂ ਨੂੰ ਹੋ ਜਾਂਦੀ ਹੈ ਸੈਂਸਿਟੀਵਿਟੀ। ਇਸੇ ਤਰ੍ਹਾਂ ਪੀੜ ਵਜੋਂ ਵੀ, ਜੇ ਪੀੜ ਹੋ ਰਹੀ ਹੈ ਤਾਂ ਕਈ ਵਾਰ ਤਾਂ ਬਹੁਤ ਡੂੰਗੀ ਸੱਟ ਵੱਜੀ ਹੋਈ, ਲਹੂ ਲੁਹਾਨ ਹੋਇਆ ਵੀ ਉਹਨੂੰ ਮਹਿਸੂਸ ਹੀ ਨਹੀਂ ਹੁੰਦਾ, ਤੇ ਕਈ ਵਾਰ ਹਲਕਾ ਜਿਹਾ ਪਿੰਨ ਮਾੜਾ ਜਿਹਾ ਵੀ ਵੱਜੇ ਤੇ ਇੰਨਾ ਚੀਕ ਚਿੰਗਾੜਾ ਮਚਾ ਦੇਣਾ ਕਿ ਮੈਂ ਜਿਵੇਂ ਮੇਰੇ ਲਾਤੀ ਵੱਢ ਦਿੱਤੀ। ਸੋ ਇਦਾਂ ਦਾ ਵੀ ਇਹਨਾਂ ਦੀ ਬਿਹੇਵੀਅਰ ਵੇਖਿਆ ਜਾ ਸਕਦਾ। ਸੋ ਇੰਜ ਹੀ ਇਹ ਦੂਸਰੇ ਨੂੰ ਵੀ ਜਦੋਂ ਫਿਰ ਪੀੜ ਕਰਦੇ ਨੇ ਤਾਂ ਉਹਦੀ ਜਿਵੇਂ ਚੀਕਾਂ ਵੱਜ ਰਹੀਆਂ ਹੋਣ ਜਾਂ ਪੀੜ ਹੋ ਰਹੀ ਹੋਵੇ ਤਾਂ ਇਹ ਬੜੇ ਇਨਸੈਂਸਿਟਿਵ ਵੀ ਹੋ ਸਕਦੇ ਨੇ ਕਿ ਮੈਨੂੰ ਤਾਂ ਮਹਿਸੂਸ ਹੀ ਨਹੀਂ ਹੋ ਰਿਹਾ, ਇਹ ਚੀਕਾਂ ਮਾਰੀ ਜਾਵੇ ਮੈਨੂੰ ਕੋਈ ਅਸਰ ਹੀ ਨਹੀਂ। ਬੇਰਹਿਮ ਵੀ ਇਹਨਾਂ ਨੂੰ ਕਈ ਵਾਰ ਗਿਣ ਲਿਆ ਜਾਂਦਾ ਹੈ। ਇੰਜ ਹੀ ਇਹਨਾਂ ਦੀ ਲਾਈਟ ਵਜੋਂ ਵੀ, ਜਿਵੇਂ ਕਈ ਵਾਰ ਬਹੁਤ ਹਲਕੀ ਲਾਈਟ ਵੀ ਇਹਨਾਂ ਨੂੰ ਤਿੱਖੀ ਮਹਿਸੂਸ ਹੋ ਸਕਦੀ ਹੈ ਤੇ ਕਈ ਵਾਰ ਬਹੁਤ ਤਿੱਖੀ ਲਾਈਟ 'ਚ ਵੀ ਇਹਨਾਂ ਨੂੰ ਮਹਿਸੂਸ ਹੀ ਨਹੀਂ ਹੁੰਦਾ ਵੀ ਅੱਛਾ ਜੀ ਇੰਨੀ ਵੀ ਇਹ ਤਿੱਖੀ ਲਾਈਟ ਸੀ। ਇਸੇ ਤਰ੍ਹਾਂ ਹੱਥ ਲਾਉਣ ਨੂੰ, ਯਾਨੀ ਛੋਹ ਨਾਲ ਵੀ ਜਾਂ ਤਾਂ ਹਾਈਪਰ ਸੈਂਸਿਟੀਵਿਟੀ ਹੋ ਸਕਦੀ ਹੈ ਜਾਂ ਹਾਈਪੋ ਸੈਂਸਿਟੀਵਿਟੀ ਹੋ ਸਕਦੀ ਹੈ, ਵੀ ਰੱਤਾ ਕੁ ਛੋਹ ਹੀ ਏਦਾਂ ਹੀ ਟੱਚ ਹੀ ਕਰ ਲਿਆ ਤੇ ਹੂੰ ਇੱਕਦਮ ਚੀਕ ਚਿੰਗਾੜਾ ਮਚਾ ਦੇਣਾ, ਓਹੋ ਮੈਨੂੰ ਤਾਂ ਮਾਰ ਹੀ ਸੁੱਟਿਆ ਏਦਾਂ। ਯਾਨੀ ਉਹ ਚੀਜ਼ ਵੀ ਦੇਖੀ ਗਈ ਹੈ। ਤੇ ਹੂੰ ਦੂਜੇ ਪਾਸੇ ਪੂਰੀ ਜ਼ੋਰ ਦੀ ਹਿਲਾ ਦੇਣ ਨਾਲ ਵੀ ਓਏ ਹੋ ਕੀ ਹੈ ਤੇ ਉਹ ਬੰਦਾ ਫਿਰ ਵੀ ਹਿਲਦਾ ਨਹੀਂ। ਸੋ ਇਦਾਂ ਦੀਆਂ ਵੱਖੋ ਵੱਖਰੀਆਂ ਇਹਨਾਂ ਵਿੱਚ ਜੋ ਚੀਜ਼ਾਂ ਦੇਖਣ ਨੂੰ ਮਿਲੀਆਂ ਹੋਈਆਂ ਨੇ। ਹੁਣ ਇਹਨਾਂ ਵਿੱਚ ਜੋ ਇੰਗਲੈਂਡ ਵਿੱਚ ਇੱਕ ਪ੍ਰੋਸੀਜਰ ਬਣਾਇਆ ਗਿਆ ਸੀ ਇਹਨਾਂ ਦੇ ਵਿੱਚ, ਕਿ ਜੇ ਇਹਨਾਂ ਨੂੰ ਡਾਇਗਨੋਸ ਕਰਨਾ ਹੈ, ਇਹਨਾਂ ਦੀ ਕਿਸ ਤਰੀਕੇ ਆਈਕਿਊ ਲੈਣੀ ਹੈ, ਕਿਹੜੇ ਕਿਹੜੇ ਦੇ ਯਾਨੀ ਉਹਨਾਂ ਨੇ ਟੂਲਸ ਲੈਣੇ ਨੇ, ਕਿਵੇਂ ਇਹਨਾਂ ਨੂੰ ਡਾਇਗਨੋਸ ਕਰਕੇ ਕਿਵੇਂ ਟਰੀਟ ਕਰਨਾ, ਉਹ ਸਿਸਟਮ ਪੂਰਾ ਡਿਵੈਲਪ ਕੀਤਾ ਗਿਆ ਸੀ ਕਿ ਜਿਹੜੇ ਬਚਪਨ ਦੇ ਵਿੱਚ ਨਾ ਡਾਇਗਨੋਸ ਕੀਤੇ ਜਾ ਸਕਣ, ਜਿਹੜੇ ਵੱਡੇ ਵੱਡੇ ਹੋ ਚੁੱਕੇ ਨੇ, ਉਹਨਾਂ ਵਿੱਚ ਵੀ ਕੁਝ ਗਾਈਡਲਾਈਨਸ ਬਣਾਈਆਂ ਗਈਆਂ ਜੋ ਵੱਖੋ ਵੱਖਰੀਆਂ ਨੇ। ਇੰਗਲੈਂਡ ਵਿੱਚ ਵੱਖ ਹੋਈਆਂ, ਸਕਾਟਲੈਂਡ ਵਿੱਚ ਵੱਖ ਹੋਈਆਂ, ਨਿਊਜ਼ੀਲੈਂਡ ਵਿੱਚ ਵੱਖ ਹੋਈਆਂ। ਇਦਾਂ ਦਾ ਕੁਝ ਸਿਸਟਮ ਡਿਵੈਲਪ ਹੋਇਆ ਸੀ ਜਿਸ 'ਚ ਕਲਾਸੀਫਿਕੇਸ਼ਨ ਬਣਾ ਕੇ ਸਭ ਕੁਝ ਕੀਤਾ ਗਿਆ। ਕਹਿਣ ਦਾ ਭਾਵ ਇਹ ਦੱਸਣ ਦਾ ਸੀ ਕਿ ਹਰ ਮੁਲਕ ਵਿੱਚ ਇਹਨਾਂ ਦੀ ਕਿਸ ਤਰੀਕੇ ਮੈਨੇਜ ਕਰਨਾ ਹੈ, ਕਿਸ ਤਰੀਕੇ ਇਹਨਾਂ ਨੂੰ ਲੱਭਣਾ ਹੈ, ਕਿਸ ਤਰੀਕੇ ਦੇ ਟੈਸਟ ਹੋਣੇ ਨੇ, ਕਿਵੇਂ ਦਾ ਫਾਲੋ ਅਪ ਹੋਣਾ, ਵੱਖ ਬਣਾ ਦਿੱਤਾ ਗਿਆ। ਸੋ ਡਾਕਟਰ ਕੋਲ ਗਏ ਬਗੈਰ ਕਿਸੇ ਵੀ ਹਾਲ ਵਿੱਚ ਇਹਨਾਂ ਦਾ ਇਲਾਜ ਨਹੀਂ ਹੋ ਸਕਦਾ। ਹੁਣ ਉਹ ਜੋ ਅਸੀਂ ਪੂਰੇ ਟੂਲਸ ਬਣਾਏ ਹੁੰਦੇ ਨੇ ਜਿਨ੍ਹਾਂ ਦੇ ਅਕੋਰਡਿੰਗਲੀ ਇਹਨਾਂ ਨੂੰ ਡਾਇਗਨੋਸ ਕੀਤਾ ਜਾਂਦਾ ਹੈ, ਉਹਦੇ ਵਿੱਚ ਬਹੁਤ ਅਹਿਮ ਹੁੰਦੀ ਜੇ ਇੱਕ ਚੀਜ਼ ਕਿ ਇਹਨਾਂ ਨੂੰ ਆਪਣੇ, ਯਾਨੀ ਜੇ ਬੰਦਾ ਹੈ ਤਾਂ ਉਹਦੀਆਂ ਕੀ ਕੈਪੇਬਿਲਿਟੀਜ਼ ਹੋਣੀਆਂ ਚਾਹੀਦੀਆਂ ਨੇ, ਕਿ ਉਹਨੇ ਕਿਸ ਤਰੀਕੇ ਵਿਆਹਤਾ ਜ਼ਿੰਦਗੀ ਵਿੱਚ ਆਪਣਾ ਰੋਲ ਨਿਭਾਉਣਾ ਹੈ, ਹੂੰ ਕਿਸ ਹੂੰ ਤਰੀਕੇ ਬਾਹਰ ਲੋਕਾਂ ਨੂੰ ਮਿਲਣਾ ਗਿਲਣਾ, ਕਿਵੇਂ ਤੁਸੀਂ ਸੋਸ਼ਲ ਇੰਟਰੈਕਸ਼ਨ ਕਰਨੀ ਜੇ, ਤੇ ਉਹਨਾਂ ਔਖੇ ਸਮਿਆਂ 'ਚ ਜਿਵੇਂ ਮੈਂ ਦੱਸਿਆ ਕੋਈ ਦੁੱਖ 'ਚ ਹੈ ਜਾਂ ਕੋਈ ਸੁੱਖ ਦੀ ਗੱਲ ਹੈ, ਜਾਂ ਫਿਰ ਕਿਸੇ ਨੂੰ ਜਿਵੇਂ ਘੂਰਦਾ ਹੈ ਬੰਦਾ ਤਾਂ ਉਦੋਂ ਆਪਣੇ ਖਿਆਲਾਂ ਵਿੱਚ ਕਿਸ ਤਰੀਕੇ ਉਹ ਆਪਣੇ ਆਪ ਨੂੰ ਮੈਨੇਜ ਕਰ ਸਕਦਾ ਹੈ। ਇਹ ਸਾਰੇ ਵੱਖੋ ਵੱਖਰਾ ਸਿਸਟਮ ਡਿਵੈਲਪ ਹੋਇਆ ਹੋਇਆ, ਹੂੰ ਜਿਹੜਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਹਨਾਂ ਨੂੰ ਸਾਰਾ ਕੁਝ। ਉਹਦੇ ਨਾਲ ਹੀ ਇਹਨਾਂ ਨੂੰ ਥੋੜਾ ਜਿਹਾ ਇਹ ਸਮਝਾਉਣਾ ਕਿ ਤੁਸੀਂ ਦੂਸਰੇ ਦੇ ਨਾਲ ਕਿਸ ਤਰੀਕੇ ਬਿਹੇਵ ਕਰਨਾ ਜਦੋਂ ਕਿਉਂਕਿ ਇਹਦੇ ਸਭ ਤੋਂ ਔਖਾ ਕੰਮ ਹੁੰਦਾ ਜੇ ਅਸਲ 'ਚ ਵਿਆਹਤਾ ਜ਼ਿੰਦਗੀ ਦੇ ਵਿੱਚ ਸਰੀਰਕ ਸੰਬੰਧ ਬਣਾਉਣ ਵਿੱਚ ਬਹੁਤ ਜ਼ਿਆਦਾ ਦਿੱਕਤ ਕਈਆਂ ਨੂੰ ਆਉਂਦੀ ਜੇ, ਕਈਆਂ ਨੂੰ ਥੋੜਾ ਸੌਖਿਆਂ ਜਰ ਜਾਂਦਾ, ਪਰ ਕਈਆਂ ਦੇ ਤਾਂ ਯਾਨੀ ਇੰਨਾ ਔਖਾ ਹੋ ਜਾਂਦਾ ਕਿ ਲਗਭਗ ਉਹ ਰਿਸ਼ਤਾ ਨਿਭਾਉਣਾ ਹੀ ਨਾਮੁਮਕਿਨ ਹੋ ਜਾਂਦਾ। ਹੁਣ ਕੁਝ ਤਾਂ ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਬੜਾ ਉਸ ਰਿਸ਼ਤੇ ਨੂੰ ਥੋੜਾ ਜਿਵੇਂ ਉਹਦੀ ਵਾਈਫ ਥੋੜਾ ਜਿਹਾ ਕਰ ਜਾਵੇ, ਜਾਂ ਫਿਰ ਕਈ ਕੇਸਿਸ ਵਿੱਚ
ਵਾਈਫ ਨੂੰ ਜੇ ਇਹ ਹੈ ਤਾਂ ਉਹ ਹਸਬੈਂਡ ਜਬਰੀ ਉਹਦੇ ਨਾਲ ਕੁਝ ਬਣਾਉਣੇ ਚਾਹਣ ਤਾਂ ਉਹ ਹੋ ਸਕਦਾ ਹੈ ਕਿ ਉਹ ਬਹੁਤ ਓਵਰ ਰਿਐਕਟ ਕਰੇ, ਤਾਂ ਬਿਲਕੁਲ ਹੀ ਜਿਵੇਂ ਕੁਝ ਤਾਂ ਮੰਦ ਬੁੱਧੀ ਵਾਂਗ ਅੱਧੇ ਚੱਦੇ ਜੇ ਹੋ ਜਾਂਦੇ ਆ ਕਿ ਰਿਐਕਟ ਹੀ ਨਾ ਕਰਨ ਬਿਲਕੁਲ ਹੀ। ਉਹਨਾਂ ਨੂੰ ਇਹ ਵੀ ਸਮਝ ਨਹੀਂ ਹੁੰਦੀ ਕਿ ਮੈਂ ਬਤੌਰ ਮਾਂ ਕਿਸ ਤਰੀਕੇ ਆਪਣਾ ਰੋਲ ਨਿਭਾਉਣਾ ਹੈ, ਕਿਵੇਂ ਬੱਚਾ ਸਾਂਭਣਾ ਹੈ। ਯਾਨੀ ਉਹਨੂੰ ਆਮ ਤੌਰ ਤੇ ਕਹਿ ਦੇਣਗੇ ਜੀ ਨੂੰ ਤਾਂ ਬਹੁਤ ਹੀ ਸਿੱਧੜ ਆ, ਉਹ ਤਾਂ ਸਾਂਭ ਹੀ ਨਹੀਂ ਸਕਦੀ, ਹੂੰ ਅਸੀਂ ਹੀ ਸਾਰਾ ਕੁਝ ਕਰ ਰਹੇ ਹਾਂ। ਤੇ ਇਹ ਚੀਜ਼ਾਂ ਨੇ ਜਿਹੜੀਆਂ ਇਸ ਜ਼ਿੰਦਗੀ ਵਿੱਚ ਬਹੁਤ ਅਹਿਮ ਨੇ, ਤੇ ਕਾਫੀ ਇਹਨਾਂ ਤੇ ਸਮਾਂ ਲੱਗਦਾ ਜੇ ਕਿ ਉਹਨਾਂ ਨੂੰ ਬੋਲਣ ਵਿੱਚ, ਉਹਨਾਂ ਦੇ ਮੂਡ ਨੂੰ ਕਿਸ ਤਰੀਕੇ ਤੁਸੀਂ ਠੀਕ ਕਰਨਾ ਹੈ, ਕਿਸ ਤਰੀਕੇ ਉਹਨਾਂ ਨੂੰ ਯਾਨੀ ਸਮਝਾਉਣਾ ਹੈ ਕਿ ਤੁਸੀਂ ਇੱਕ ਜ਼ਿੰਮੇਵਾਰ ਹੁਣ ਅਡਲਟ ਹੋ, ਤੁਸੀਂ ਤੁਹਾਡਾ ਕੀ ਰੋਲ ਹੈ, ਕਿਸ ਤਰੀਕੇ ਤੁਸੀਂ ਦੂਜਿਆਂ ਨਾਲ ਖਾਸ ਤੌਰ ਤੇ ਜਦੋਂ ਕਿਸੇ ਥਾਂ ਤੇ ਤੁਸੀਂ ਫੇਲ ਹੋ ਰਹੇ ਹੋਵੋ ਉਸ ਨੂੰ ਕਿਵੇਂ ਜਰਨਾ ਹੈ। ਜਾਂ ਤੁਸੀਂ ਜਦੋਂ, ਕਿਉਂਕਿ ਇਹ ਆਮ ਤੌਰ ਤੇ ਸ਼ਿਕਾਰ ਹੋ ਜਾਂਦੇ ਨੇ ਬੁਲਿੰਗ ਦੇ, ਯਾਨੀ ਤੁਸੀਂ ਬੜਾ ਛੇੜਖਾਨੀ ਜਾਂ ਬਹੁਤ ਕਈ ਵਾਰ ਵੱਟੇ ਮਾਰ ਜਾਂਦੇ ਨੇ ਲੋਕ, ਕਈ ਵਾਰ ਮਾਰ ਕੁਟਾਈ ਵੀ ਕਰ ਜਾਂਦੇ ਨੇ। ਸੋ ਉਸ ਪਾਸਿਓਂ ਇਹਨਾਂ 'ਚ ਬੜੀ, ਕਿਉਂਕਿ ਪਹਿਲਾਂ ਹੀ ਇਹ ਬਹੁਤੀ ਕੰਸੈਂਟਰੇਸ਼ਨ ਨਾਲ ਨਹੀਂ ਕੰਮ ਕਰ ਸਕ ਰਹੇ ਹੁੰਦੇ, ਆਪਣੇ ਹੂੰ ਵਿੱਚ ਹੀ ਗੁੰਮ ਹੁੰਦੇ ਨੇ। ਸੋ ਹੂੰ ਇਹਨਾਂ ਵਿੱਚ ਕਾਫੀ ਭਾਰੀ ਮਾਤਰਾ ਵਿੱਚ ਐਂਜ਼ਾਈਟੀ ਡਿਸਆਰਡਰਸ ਵੀ ਹੁੰਦੇ ਨੇ, ਈਵਨ ਸੁਇਸਾਈਡ ਟੈਂਡੈਂਸੀਜ਼ ਤੱਕ ਵੀ ਇਹਨਾਂ 'ਚ ਹੁੰਦੀਆਂ ਦੇਖੀਆਂ ਗਈਆਂ ਨੇ। ਹੂੰ ਸੋ ਇਹ ਕਾਰਨ ਜੇ ਕਿ ਸਾਡੇ, ਕਿਉਂਕਿ ਇਹ ਅਨਡਾਇਗਨੋਜ਼ ਚਲੇ ਜਾਂਦੇ ਨੇ, ਲੱਭਦੇ ਹੀ ਨਹੀਂ ਕਿ ਇਹਨਾਂ ਨੂੰ ਇਹ ਬਿਮਾਰੀ ਹੈ, ਇਲਾਜ ਕੀਤਾ ਜਾਵੇ ਤੇ ਉਹਨਾਂ ਨੂੰ ਨਾਰਮਲ ਲਿਆਇਆ ਜਾਏ। ਸੋ ਕਈ ਤਾਂ ਬਾਈਪੋਲਰ ਡਿਸਆਰਡਰਸ, ਕਈ ਫਿਰ ਡਿਪਰੈਸ਼ਨ ਸਿਵੀਅਰ, ਯਾਨੀ ਬਹੁਤ ਸਾਰੇ ਮਾਨਸਿਕ ਰੋਗ, ਕਿਉਂਕਿ ਅੱਗੇ ਹੀ ਇੱਕ ਕਿਸਮ ਦਾ ਰੋਗ ਹੈ ਇਹ, ਜਦੋਂ ਹੂੰ ਐਡ ਹੁੰਦੇ ਨੇ ਹੋਰ ਕਈ ਕਿਸਮਾਂ ਦੇ ਰੋਗ, ਹੂੰ ਫਿਰ ਲਗਭਗ ਇਹਨਾਂ ਦਾ ਠੀਕ ਹੋਣਾ ਨਾਮੁਮਕਿਨ ਜਿਹਾ ਹੀ ਬਣ ਜਾਂਦਾ ਹੈ। ਕਿਉਂਕਿ ਅਸੀਂ ਹੀ ਹਾਂ ਇਹਦਾ ਇੱਕ ਕਾਰਨ ਕਿ ਪਹਿਲਾਂ ਲੱਭ ਨਹੀਂ ਸਕੇ, ਇਲਾਜ ਨਹੀਂ ਕੀਤਾ, ਤੇ ਉੱਪਰੋਂ ਫਿਰ ਇਹਨਾਂ ਨੂੰ ਲਗਾਤਾਰ ਇਹ ਤਾਂ ਪਾਗਲ ਹੈ, ਤਾਂ ਝੱਲਾ ਹੈ, ਇਹਨੂੰ ਤਾਂ ਪਰੇ ਕਰੋ। ਯਾਨੀ ਇਹ ਸਾਡੇ ਵੱਲੋਂ ਹੀ ਕੀਤੀ ਗਈ ਚੀਜ਼ ਉਹਨਾਂ 'ਚ ਹੁੰਦੀ ਹੈ। ਇਹਨਾਂ ਵਿੱਚੋਂ ਹੀ ਕਈ ਵਾਰ ਫਿਰ ਇੱਕ ਵੱਖਰੀ ਕਿਸਮ ਦੀ ਇਹਨਾਂ ਨੂੰ ਨਾਲ ਰੋਗ ਵੀ ਲੱਗ ਜਾਂਦਾ ਕਿ ਜਿਵੇਂ ਮਿਸਾਲ ਵਜੋਂ ਤੁਸੀਂ ਕੁੰਡੀ ਬੰਦ ਕਰਨ ਗਏ ਹੋ, ਫਿਰ ਆ ਗਏ, ਫਿਰ ਦੁਬਾਰਾ ਉਹਨਾਂ ਦੇ ਦਿਮਾਗ ਤੋਂ ਹੀ ਸੁਨੇਹਾ ਆਉਂਦਾ ਪਤਾ ਨਹੀਂ ਕੀਤੀ ਸੀ ਕਿ ਨਹੀਂ, ਫਿਰ ਦੂਜੀ ਵਾਰ ਚਲੇ ਜਾਓ, ਫਿਰ ਤੀਜੀ ਵਾਰ। ਹੂੰ ਇੰਝ ਹੀ ਕਈ ਵਾਰ ਹੱਥ ਧੋਣ ਲੱਗਦੇ ਨੇ, obsessive compulsive disorder ਹੀ ਬਣ ਜਾਂਦਾ ਜੇ ਕਿ ਉਹ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਵਾਰ ਹੱਥ ਹੀ ਧੋਈ ਜਾਂਦੇ ਨੇ। ਹੂੰ ਇਸ ਤਰ੍ਹਾਂ ਦੇ ਕਈ ਕਿਸਮਾਂ ਦੇ ਹੋਰ ਵੀ ਸਾਈਕੋਟਿਕ ਡਿਸਆਰਡਰਸ ਇਹਨਾਂ ਵਿੱਚ, ਪਰਸਨੈਲਿਟੀ ਡਿਸਆਰਡਰਸ, ਬਹੁਤ ਕੁਝ ਦੇਖਿਆ ਗਿਆ ਜਿਹਦੇ ਨਾਲ ਜਦੋਂ ਅੱਤ ਹੋ ਜਾਏ ਇਹਨਾਂ ਨੂੰ, ਯਾਨੀ ਇੱਕ ਤਰੀਕੇ ਵੀ ਜ਼ੁਲਮ ਹੀ ਹੈ, ਮਾਨਸਿਕ ਜਾਂ ਸਰੀਰਕ ਉਹਨਾਂ ਨੂੰ ਮਾਰ ਕੁਟਾਈ ਹੋਈ, ਤਾਂ ਕੁਝ ਹੈਗੇ ਨੇ ਪ੍ਰਤੀਸ਼ਤ ਜਿਹੜੇ ਫਿਰ ਬਦੋ ਬਦੀ ਸ਼ਰਾਬ ਵੱਲ ਜਾਂ ਨਸ਼ੇ ਵੱਲ ਧੱਕੇ ਜਾਂਦੇ ਨੇ ਕਿ ਕਿਸੇ ਤਰੀਕੇ ਆਪਣੇ ਮਨ ਨੂੰ ਸ਼ਾਂਤ ਕੀਤਾ ਜਾਵੇ। ਹੂੰ ਕਿਉਂਕਿ ਇਹ ਦਰਅਸਲ ਪਾਗਲ ਨਹੀਂ ਹਨ, ਹੂੰ ਸਮਝੇ ਇਹਨਾਂ ਨੂੰ, ਸਿਰਫ ਉਹਨਾਂ ਦਾ ਉਹ ਐਕਸਪ੍ਰੈਸ਼ਨ ਜਾਂ ਜੋ ਨਾਰਮਲ ਬੰਦੇ ਨੇ ਗੱਲ ਕਰਨੀ ਹੈ, ਕਿਸ ਤਰੀਕੇ ਕਰਨੀ ਹੈ, ਕਿਸ ਤਰੀਕੇ ਰਿਐਕਟ ਕਰਨਾ ਹੈ, ਉਹਦੇ ਵਿੱਚ ਇਹਨਾਂ ਦੇ ਸਿਸਟਮ ਦੀ ਅੰਦਰਲੀ ਗੜਬੜੀ ਹੋ ਚੁੱਕੀ। ਸੋ ਇਹ ਸਾਰਾ ਕੁਝ ਉਹਨਾਂ ਨੂੰ ਸਮਝੇ ਕਿ ਮੈਂ ਮਜ਼ਾਕ ਦਾ ਪਾਤਰ ਬਣ ਰਿਹਾ, ਮੈਨੂੰ ਇੱਕ ਨਾਰਮਲ ਇਨਸਾਨ ਨਹੀਂ ਗਿਣਿਆ ਜਾ ਰਿਹਾ। ਸੋ ਉਹੀ ਕਾਰਨ ਜੇ ਕਿ ਆਪਾਂ ਇਹਨਾਂ ਨੂੰ ਇਹੋ ਜਿਹੀਆਂ ਬਿਮਾਰੀਆਂ ਵੱਲ ਧੱਕ ਦਿੰਦੇ ਹਾਂ, ਹੋਰ ਮਾਨਸਿਕ ਰੋਗਾਂ ਵੱਲ, ਜਿਹੜਾ ਕਿ ਸਗੋਂ ਆਪਾਂ ਇਹਨਾਂ ਨੂੰ ਬਚਾ ਸਕਦੇ ਹਾਂ ਇਸ ਤਰੀਕੇ ਦੀ, ਜੇ ਮੈਂਟਲ ਹੈਲਥ ਠੀਕ ਇਹਨਾਂ ਦੀ ਕੀਤੀ ਜਾ ਸਕਦੀ ਹੋਵੇ। ਤਾਂ ਇਹਨਾਂ ਦੇ ਵਿੱਚ ਸਪੈਸ਼ਲ ਸੈਸ਼ਨ ਲੱਗਦੇ ਨੇ ਜਿਹਦੇ ਵਿੱਚ ਇਹਨਾਂ ਦੀ ਸਪੀਚ ਥੈਰੇਪੀ ਹੁੰਦੀ ਜੇ, ਇਹਨਾਂ ਦੇ ਜੋ ਲਰਨਿੰਗ ਡਿਸੇਬਿਲਿਟੀ ਆ ਉਹਦੇ ਲਈ ਵੱਖ ਹੁੰਦੀ ਜੇ, ਇਹਨਾਂ ਦੀ ਖੁਰਾਕ ਦਾ ਖਾਸ ਖਿਆਲ ਰੱਖਣ ਦੀ ਲੋੜ ਹੁੰਦੀ ਜੇ। ਇਸੇ ਤਰ੍ਹਾਂ ਬਹੁਤ ਵਾਰ ਇਹਨਾਂ ਦੀ ਕਿਉਂਕਿ ਇਹਨਾਂ ਨੂੰ ਆਪਣੀ ਪਤਾ ਹੀ ਨਹੀਂ ਹੁੰਦਾ ਕਿ ਮੈਨੂੰ ਕਿਸ ਤਰੀਕੇ ਦਾ ਨੁਕਸ ਬੈਠ ਰਿਹਾ ਤੇ ਕਿਵੇਂ ਮੈਂ ਆਪਣੇ ਆਪ ਨੂੰ ਠੀਕ ਕਰਨਾ। ਸੋ ਦਵਾਈਆਂ ਬਹੁਤ ਅਹਿਮ ਨੇ, ਜਿੱਥੇ ਇੱਕ ਸਾਈਕੋਥੈਰੇਪਿਸਟ ਦੀ ਲੋੜ ਹੈ ਉੱਥੇ ਨਾਲ ਇਹਨਾਂ ਨੂੰ ਮੈਡੀਕਲ ਏਲਮੈਂਟ ਲਈ ਮੈਡੀਕਲ ਇਲਾਜ ਵੀ ਬਹੁਤ ਜ਼ਰੂਰੀ ਹੁੰਦਾ ਜੇ, ਤਾਂ ਕਿ ਇਹਨਾਂ ਨੂੰ ਸਾਰੇ ਪੱਖੋਂ ਤੋਂ ਦੇਖ ਕੇ ਇਹਨਾਂ ਦਾ ਖਾਣਾ ਕਿਉਂਕਿ ਠੀਕ ਨਹੀਂ ਰਹਿੰਦਾ, ਬੜੀਆਂ ਕਿਸਮਾਂ ਦੀਆਂ ਕਮੀਆਂ ਵੀ ਦਿਸ ਜਾਂਦੀਆਂ ਨੇ। ਸੋ ਉਹ ਸਾਰਾ ਕੁਝ ਇੱਕ ਕੰਬਾਈਨਡ, ਕਿਉਂਕਿ ਜੇ ਨਾਲ ਹੋਰ ਚੀਜ਼ਾਂ ਦੀ ਡੈਫੀਸ਼ੀਐਂਸੀ ਹੋਏਗੀ ਉਹ ਹੋਰ ਵੀ ਇੱਕ ਕਾਰਨ ਬਣ ਜਾਂਦਾ ਜੇ।
ਮੌਤ ਵੱਲ ਛੇਤੀ ਜਾਣ ਦਾ। ਸੋ ਇਹ ਸਾਰੀਆਂ ਚੀਜ਼ਾਂ ਲਈ ਅਹਿਮ ਜੇ ਇਹਨਾਂ ਦਾ ਖਾਸ ਖਿਆਲ ਰੱਖਣਾ, ਹੂੰ ਜਿਸ ਵਿੱਚ ਫੈਮਿਲੀ ਨੂੰ ਟ੍ਰੇਨਿੰਗ ਦੀ ਲੋੜ ਹੁੰਦੀ ਜੇ, ਤਾਂ ਕਿ ਉਹਨਾਂ ਹੂੰ ਨੂੰ ਵੀ ਪਤਾ ਹੋਏ ਕਿ ਇਹੋ ਜਿਹੇ ਔਖੇ ਸਮੇਂ ਕਿਸ ਤਰ੍ਹਾਂ ਉਹਨਾਂ ਦੇ ਨਾਲ ਬਿਹੇਵ ਕਰਨਾ ਹੈ, ਕਿਵੇਂ ਉਹਨੂੰ ਸਗੋਂ ਇੱਕ ਪੋਜ਼ਿਟਿਵ એનર્ਜੀ ਦੇਣੀ ਹੈ, ਅਗਾਂਹ ਲੰਘਣ ਲਈ ਸ਼ਾਬਾਸ਼ੀ ਦੇਣੀ ਹੈ। ਇਹ ਰਾਦਰ ਦੈਨ ਕਿ ਤਿਰਸਕਾਰ ਦੇ, ਜੇ ਇਹਨਾਂ ਨੂੰ ਪਿਆਰ ਦੇ ਨਾਲ ਜਾਂ ਸ਼ਾਬਾਸ਼ੀ ਨਾਲ ਜਾਂ ਇਹ ਸਾਰੀ ਟ੍ਰੀਟਮੈਂਟ ਨਾਲ ਪ੍ਰੋਪਰ ਦਿੱਤੀ ਗਈ ਹੋਵੇ, ਤਾਂ ਕਾਫੀ ਹੱਦ ਤੱਕ ਇਹਨਾਂ ਨੂੰ ਅਸੀਂ ਨਾਰਮਲ ਲਾਈਫ 'ਚ ਲਿਆ ਸਕਦੇ। ਹੂੰ ਤੁਸੀਂ ਜ਼ਿਕਰ ਕੀਤਾ, ਤੁਸੀਂ ਰਿਲੇਸ਼ਨਸ਼ਿਪ ਦਾ ਵੀ ਜ਼ਿਕਰ ਕੀਤਾ, ਸਿੰਪਟਮਸ ਦੱਸੇ ਕਿ ਆਖਰਕਾਰ ਕਿਸ ਤਰੀਕੇ ਦੇ ਨਾਲ ਟ੍ਰੇਨ ਕੀਤਾ ਜਾ ਸਕਦਾ, ਪਰਿਵਾਰਾਂ ਦਾ, ਦੋਸਤਾਂ ਦਾ, ਉਹਨਾਂ ਦਾ ਕੀ ਰੋਲ ਹੋ ਸਕਦਾ ਹੈ ਇਹੋ ਜਿਹੇ ਸਪੈਸ਼ਲ ਇਨਸਾਨ ਦੇ ਲਈ ਜਿਨ੍ਹਾਂ ਦਾ ਡਾਇਗਨੋਸ ਬਚਪਨ ਦੇ ਵਿੱਚ ਨਹੀਂ ਹੋਇਆ ਹੁੰਦਾ ਤੇ ਵੱਡੀ ਐਡਲਟ ਲਾਈਫ ਦੇ ਵਿੱਚ ਉਹ ਚਲੇ ਜਾਂਦੇ ਨੇ। ਰਿਲੇਸ਼ਨਸ਼ਿਪ ਦਾ ਅਸੀਂ ਜ਼ਿਕਰ ਕੀਤਾ ਕਿ ਨਿੱਜੀ ਰਿਸ਼ਤਿਆਂ ਤੇ ਕੀ ਅਸਰ ਪਾ ਸਕਦਾ ਹੈ, ਜੇਕਰ ਵਿਆਹਤਾ ਜੀਵਨ ਤੇ ਕੀ ਅਸਰ ਪਾ ਸਕਦਾ ਹੈ। ਇੱਕ ਹੋਰ ਚੀਜ਼ ਹੈ, ਜਦ ਅਸੀਂ ਨੌਕਰੀ ਕਰਨ ਜਾਂਦੇ ਹਾਂ, ਜਦ ਅਸੀਂ ਆਪਣੇ ਕਲੀਗਸ ਦੇ ਨਾਲ ਵਿਚਰਦੇ ਸੋਸ਼ਲ ਸਰਕਲ ਕਹਿ ਲਿਆ ਜਾਵੇ, ਉਸ ਦੇ ਵਿੱਚ ਕੀ ਦਿੱਕਤਾਂ ਆਉਂਦੀਆਂ ਨੇ, ਉਸ ਨੂੰ ਕਿਸੇ ਤਰੀਕੇ ਦੇ ਨਾਲ ਹੈਂਡਲ ਕੀਤਾ ਜਾ ਸਕਦਾ? ਬਿਲਕੁਲ, ਦੇਖੋ ਇਹਨਾਂ ਲਈ ਬਹੁਤ ਅਹਿਮ ਜੇ ਆਪਣੇ ਕਮਾਈ ਕਰਨ ਯੋਗ ਬਣ ਸਕਣ, ਵਰਨਾ ਨਾ ਅਸੀਂ ਤਾਂ ਮੰਗਤੇ ਬਣਾ ਕੇ ਰੱਖ ਦਿਆਂਗੇ, ਜਿਨ੍ਹਾਂ ਨੂੰ ਕਿਸੇ ਨੇ ਰੋਟੀ ਸੁੱਟ ਦਿੱਤੀ ਤਾਂ ਖਾ ਲਈ, ਤੇ ਨਹੀਂ ਤਾਂ ਇਹ ਵਿਚਾਰੇ ਨਕਾਰਾ ਬਣਾ ਦਿਆਂਗੇ, ਜੋ ਕਿ ਅਸਲੋਂ ਨਕਾਰੇ ਨਹੀਂ ਸਨ, ਫਿਜ਼ੀਕਲੀ ਵੀਕ ਨਹੀਂ ਹੁੰਦੇ। ਜੇ ਰੈਗੂਲਰ ਇਹ ਪ੍ਰੋਪਰ ਕੰਮ ਕਰਦੇ ਰਹਿਣ ਤਾਂ ਇਹਨਾਂ ਨੂੰ ਪਰ ਸਪੈਸ਼ਲ ਸਕਿੱਲਸ ਜ਼ਰੂਰੀ ਨੇ ਇਹਨਾਂ ਨੂੰ ਸਿਖਾਉਣਾ ਕਿ ਕਿਸ ਤਰੀਕੇ ਦਾ, ਕਿਉਂਕਿ ਹਰ ਕਿਸਮ ਦਾ ਕੰਮ ਕਰ ਜ਼ਰੂਰ ਸਕਦੇ ਨੇ, ਪਰ ਕਿਉਂਕਿ ਸਲੋ ਨੇ ਦਿਮਾਗ, ਉਹਨਾਂ ਨਹੀਂ ਰਿਸਪੌਂਡ ਠੀਕ ਕਰ ਸਕਦਾ, ਉਹ ਸਾਰਾ ਕੁਝ ਐਕਚੁਅਲ ਦੱਸਣ ਵਿੱਚ ਇਹਨਾਂ ਨੂੰ ਵੀ ਕੁਝ ਗੜਬੜ ਹੁੰਦੀ ਜੇ। ਸੋ ਇਹ ਸਪੈਸ਼ਲ ਟ੍ਰੇਨਿੰਗ ਇਹਨਾਂ ਨੂੰ ਦੇਣੀ ਪੈਂਦੀ ਜੇ ਕਿ ਕਿਸ ਪਾਸਿਓਂ ਫਿਰ ਲੱਭਣਾ ਪੈਂਦਾ, ਕਿਸ ਤਰੀਕੇ ਦਾ ਇਹ ਕੰਮ ਕਰ ਸਕਦਾ ਬੰਦਾ, ਉਸੇ ਤਰੀਕੇ ਦੇ ਹੀ ਲੱਭ ਕੇ ਕਿ ਉਂਝ ਦੇ ਹੀ ਸਕਿੱਲ ਟ੍ਰੇਨਿੰਗ ਕੀਤੀ ਜਾਂਦੀ ਜੇ, ਫਿਰ ਇਹਨਾਂ ਨੂੰ ਕੰਮ ਦੇ ਵਿੱਚ ਲਾਇਆ ਜਾਂਦਾ ਹੈ। ਸੋ ਹਰ ਬੰਦੇ ਨੂੰ ਇੱਕੋ ਜਿੰਨੀ, ਇੱਕੋ ਤਰ੍ਹਾਂ ਦੀ ਇੰਪਲੋਇਮੈਂਟ ਇਹਨਾਂ ਲਈ ਸੰਭਵ ਨਹੀਂ ਹੈ, ਪਰ ਇਹ ਜ਼ਰੂਰੀ ਨਹੀਂ ਹੈ ਕਿ ਅਸੀਂ ਇਹਨਾਂ ਦੇ ਨੂੰ, ਕਿਉਂਕਿ ਇਹ ਬਹੁਤ ਵਧੀਆ ਪਲੇਅਰ ਬਣ ਸਕਦੇ ਨੇ, ਬਹੁਤ ਕਮਾਲ ਦੇ ਪੇਂਟਰ ਬਣ ਸਕਦੇ ਨੇ, ਬਹੁਤ ਕਮਾਲ ਦਾ ਮਿਊਜ਼ੀਸ਼ੀਅਨ ਇਹ ਬਣੇ ਨੇ। ਸੋ ਇਹ ਮੈਂ ਨਾਮ ਨਹੀਂ ਲੈਂਦੀ, ਪਰ ਕੁਝ ਹਨ ਨਾਮਵਰ ਔਟਿਜ਼ਮ ਵਾਲੇ ਜਿਹੜੇ ਇਸ ਤਰ੍ਹਾਂ ਦੇ ਐਕਸੈਲ ਕਰ ਚੁੱਕੇ ਨੇ ਅਲੱਗ-ਅਲੱਗ ਫੀਲਡਸ ਵਿੱਚ। ਪਰ ਇਹ ਪਛਾਣਨਾ ਹੁੰਦਾ ਜੇ ਬਹੁਤਾ ਮਾਪਿਆਂ ਲਈ, ਜਾਂ ਫਿਰ ਜਿਹੜੇ ਟ੍ਰੇਨਰਸ ਨੇ ਜਿਨ੍ਹਾਂ ਨਾਲ ਇਹ ਗਏ, ਜਾਂ ਫਿਰ ਜਿਹੜੇ ਸਾਈਕੋਥੈਰੇਪਿਸਟ ਨੇ, ਸਾਈਕੋਲੋਜਿਸਟ ਨੇ, ਉਹ ਲੱਭ ਸਕਦੇ ਨੇ। ਸੋ ਉਸੇ ਹਿਸਾਬ ਨਾਲ ਇਹਨਾਂ ਨੂੰ ਟ੍ਰੇਨ ਕੀਤਾ ਜਾਣਾ ਚਾਹੀਦਾ, ਤਾਂ ਕਿ ਆਪਣੀ ਨੌਕਰੀ ਵਿੱਚ ਉਹ ਵਧੀਆ ਕਰ ਸਕਣ, ਕਮਾਈ ਕਰਨ ਯੋਗ ਹੋਣ। ਤੇ ਫਿਰ ਉਹਦੇ ਨਾਲੋਂ ਨਾਲ, ਕਿਉਂਕਿ ਦੇਖੋ ਇਨਸਾਨ ਕਦੇ ਵੀ ਇਕੱਲਾ ਰਹਿਣ ਲਈ ਨਹੀਂ ਬਣਿਆ, ਭਾਵੇਂ ਕਿੰਨਾ ਹੀ ਇਹ ਆਪਣੇ ਵਿੱਚ ਕੇਂਦਰਿਤ ਹੋਣ, ਫਿਰ ਵੀ ਇੱਕ ਸੋਸ਼ਲ ਐਕਟੀਵਿਟੀ ਦੇ ਵਿੱਚ ਹੋਣਾ, ਇੱਕ ਦੂਸਰੇ ਦੇ ਨਾਲ ਮਿਲਣਾ, ਗੱਲ ਕਰਨੀ, ਉਹ ਭਾਵੇਂ ਚਿਹਰੇ ਤੇ ਹਾਵ ਭਾਵ ਵੱਖ ਹੋਣ, ਪਰ ਅੰਦਰ ਉਹਨੂੰ ਸੁਨੇਹਾ ਇਹੋ ਜਾਂਦਾ ਹੈ ਕਿ ਇਹ ਮੈਨੂੰ ਪਿਆਰ ਕਰਨ ਵਾਲਾ ਹੈ। ਇੰਜੀ ਬਹੁਤ ਸਾਰੇ ਅਸੀਂ ਦੇਖੇ ਨੇ ਉਹ ਬੱਚੇ, ਮੈਂ ਤੁਹਾਨੂੰ ਅੱਜ ਦੀ ਐਗਜ਼ਾਮਪਲ ਦਿੰਨੀ ਆ। ਮੇਰੇ ਕੋਲ ਵਾਰਡ 'ਚ ਦਾਖਲ ਜੇ ਇੱਕ ਬੱਚੀ ਜਿਹੜੀ ਜਨਮ ਤੋਂ ਬੋਲ ਨਹੀਂ ਸਕਦੀ, ਉਹ ਸੁਣ ਸਕਦੀ ਜੇ, ਪਰ ਉਹਦੇ ਲੱਤਾਂ ਪੈਰ ਵੀ ਆਕੜੇ ਹੋਏ, ਸਰੀਰ ਆਕੜਿਆ ਹੁੰਦਾ, ਦਵਾਈਆਂ ਦੇ ਦੇ ਕੇ ਢਿੱਲਾ ਕੀਤਾ ਜਾਂਦਾ, ਸੋ ਨਾ ਉਹ ਤੁਰ ਸਕਦੀ, ਨਾ ਬੈਠ ਸਕਦੀ, ਕੁਝ ਵੀ ਨਹੀਂ। ਪਰ ਉਹਨੂੰ ਰਿਸਪੌਂਡ ਏਦਾਂ ਕਰਦੀ ਹੈ ਕਿ ਜਦੋਂ ਜਾ ਕੇ ਰਾਊਂਡ ਤੇ ਮੈਂ ਕਰਦਿਆਂ, ਜਿਵੇਂ ਉਹਦੇ ਕੋਲ ਜਾ ਕੇ ਜਦੋਂ ਗੱਲ ਕਰਦੀ ਹਾਂ, ਹਾਂ ਉਹ ਲੈ ਸਾਡਾ ਬੱਚਾ ਆ ਗਿਆ, ਬਿਲਕੁਲ ਠੀਕ ਹੈ, ਹਨਾ। ਤੇ ਜਦੋਂ ਉਹਦੇ ਇਸ ਤਰ੍ਹਾਂ ਹੱਥ ਦੇ ਉੱਤੇ ਇੰਝ ਹੱਥ ਰੱਖ ਕੇ ਰਤਿਕ ਉਹਨੂੰ ਨੱਪੋ, ਇੰਨੀ ਪਿਆਰੀ ਮੁਸਕਾਨ ਦਿੰਦੀ ਹੈ ਉਹ ਬੱਚੀ, ਜਿਹੜੀ ਨਾ ਤਾਂ ਬੋਲ ਸਕਦੀ ਏ ਤੇ ਨਾ ਹੀ ਹਿੱਲ ਸਕਦੀ ਏ। ਤੁਸੀਂ ਸੋਚ ਲਓ ਕਿ ਇੱਕ ਬਿਸਤਰੇ ਤੇ ਪਿਆ 12 ਸਾਲ ਦੀ ਉਹ ਬੇਟੀ ਜੇ, ਪਰ ਜਿਵੇਂ ਉਹ ਰਿਸਪੌਂਡ ਕਰਦੀ ਹੈ, ਸੱਚ ਦੱਸਾਂ ਕਿ ਚਿਹਰਾ ਤੁਹਾਡਾ ਆਪਣਾ ਵੀ ਖਿੜ ਜਾਂਦਾ ਦੇਖ ਕੇ ਕਿ ਇਸ ਬੱਚੇ ਨੇ ਕਿੰਨੀ ਪਿਆਰੀ ਮੁਸਕਾਨ ਦਿੱਤੀ। ਸੋ ਇਸੇ ਤਰ੍ਹਾਂ ਇਹ ਜਿਹੜੀ ਅਸੀਂ ਗੱਲ ਕਰਦੇ ਹਾਂ ਕਿ ਕੋਈ ਵੀ ਮਾਨਸਿਕ ਕਿਸੇ ਵੀ ਕਿਸਮ ਦਾ ਰੋਗ ਹੋਵੇ, ਉਹਨੂੰ ਭੜਕ ਕੇ, ਖਿੱਚ ਕੇ, ਗੁੱਸੇ ਨਾਲ ਅਸੀਂ ਠੀਕ ਨਹੀਂ ਕਰ ਸਕਦੇ। ਤਰੀਕਾ ਤਾਂ ਉਹੀ ਹੈ ਜੋ ਗੋਦ ਵਿੱਚ ਪਿਆ ਇੱਕ ਬਾਲ ਮਾਂ ਦੀ ਮੁਸਕਾਨ ਨੂੰ ਰਿਸਪੌਂਡ ਕਰਦਾ, ਬਿਲਕੁਲ ਇਸੇ ਹੀ ਤਰ੍ਹਾਂ ਇਹ ਬੰਦੇ ਵੀ ਪਿਆਰ ਨੂੰ ਵਾਹ ਕਮਾਲ ਰਿਸਪੌਂਡ ਕਰਦੇ ਨੇ। ਜ਼ਰਾ ਕਰਕੇ ਵੇਖਿਓ, ਵਿਛ ਜਾਂਦੇ ਨੇ ਉਸ ਬੰਦੇ ਲਈ, ਤਰਸਦੇ ਨੇ ਉਹਦੇ ਚਿਹਰੇ ਨੂੰ ਦੇਖਣ ਲਈ, ਉਡੀਕ ਰੱਖਦੇ ਨੇ,
ਹਾਲ ਇਹ ਵੀ ਦੇਖਿਆ ਗਿਆ ਕਿ ਜਦੋਂ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਸ ਟਾਈਮ ਤੇ ਉਹ ਬੰਦਾ ਆਂਦਾ ਹੈ ਜਿਹੜਾ ਮੈਨੂੰ ਪਿਆਰ ਕਰਦਾ ਹੈ, ਉਹ ਟਾਈਮ ਵੇਖਦੇ ਸਾਰ ਜਿਵੇਂ ਖਰੇ ਇੱਕ ਵੱਖਰੀ ਕੋਈ ਸੈਂਸ ਹੀ ਉਹਨਾਂ ਦੇ ਅੰਦਰ ਕੰਮ ਕਰਦੀ ਹੈ ਕਿ ਖੁਸ਼ਬੂ ਹੀ ਆ ਗਈ, ਕਿ ਬੰਦੇ ਨੇ ਘੰਟੀ ਵੀ ਨਹੀਂ ਮਾਰੀ ਹੁੰਦੀ, ਇਹ ਪਹਿਲਾਂ ਹੀ ਦੌੜ ਕੇ ਬਾਹਰ ਪਹੁੰਚ ਜਾਂਦੇ ਨੇ ਕਿ ਹਾਂ ਉਹ ਆ ਗਿਆ ਜਿਸ ਦੀ ਮੈਨੂੰ ਉਡੀਕ ਸੀ। ਸੋ ਇਸ ਤਰ੍ਹਾਂ ਦੀਆਂ ਇਹਨਾਂ ਦੀਆਂ ਇੱਕ ਸਿਕਸਥ ਸੈਂਸ ਕਹਿ ਸਕਦੇ ਹਾਂ, ਬਹੁਤ ਸੋਹਣੀ ਕੰਮ ਕਰਦੀ ਜੇ। ਕੁਦਰਤ ਨੇ ਹਰ ਇੱਕ ਨੂੰ ਕੁਝ ਨਾ ਕੁਝ ਵੱਖ ਬਖਸ਼ਿਆ ਹੁੰਦਾ ਹੈ। ਅਸੀਂ ਸੋਚ ਲੈਂਦੇ ਹਾਂ ਕਿ ਇਹ ਸਪੈਸ਼ਲ ਨੀਡਸ ਵਾਲੇ ਨੇ, ਪਰ ਉਹਨਾਂ ਦੇ ਅੰਦਰ ਵੀ ਜੋ ਇੱਕ ਵੱਖਰੀ ਸਪੈਸ਼ਲ ਸੈਂਸ ਹੈ ਉਹ ਸਾਡੇ ਵਿੱਚ ਸ਼ਾਇਦ ਨਹੀਂ ਕਿ ਅਸੀਂ ਸੁੰਘ ਸਕੀਏ, ਸਮਝ ਸਕੀਏ ਕਿ ਭਈ ਇਹ ਤਾਂ ਪਿਆਰ ਦੇ ਭੁੱਖੇ ਨੇ, ਤੇ ਪਿਆਰ ਤੋਂ ਖੂਬਸੂਰਤ ਕੋਈ ਹੋਰ ਜ਼ਬਾਨ ਹੋ ਹੀ ਨਹੀਂ ਸਕਦੀ, ਜਿਹੜੀ ਤੁਹਾਨੂੰ ਬੋਲਣ ਦੀ ਲੋੜ ਨਹੀਂ, ਚਿਹਰੇ ਦੀ ਇੱਕ ਮੁਸਕਾਨ ਨੇ ਸਾਰਾ ਕੁਝ ਦੂਜੇ ਦੇ ਦਿਲ ਤੱਕ ਪਹੁੰਚਾ ਦੇਣਾ, ਤੇ ਉਹ ਅੱਧਾ ਇਲਾਜ ਤਾਂ ਉੱਥੇ ਹੀ ਹੋ ਜਾਂਦਾ ਜੀ ਕਿ ਹਾਂਜੀ ਮੈਂ ਠੀਕ ਹੋ ਗਿਆ। आज तो जिक्र कर रहे हैं क्योंकि मेरे दिमाग 'ਚ ਇੱਕ ਸਵਾਲ ਆ ਰਿਹਾ, ਹਲੇ ਸਵਾਲ ਤਾਂ ਨਹੀਂ ਲੇਕਿਨ ਇੱਕ ਚੀਜ਼ ਕਿ ਮੈਡੀਕਲ ਸਾਇੰਸ ਦੇ ਵਿੱਚ ਪਿਆਰ ਦਾ ਤਾਂ ਅਸੀਂ ਜ਼ਿਕਰ ਕਰ ਰਹੇ ਹਾਂ, ਬਿਲਕੁਲ ਪਿਆਰ ਦੇ ਅੱਗੇ ਕੋਈ ਅਜਿਹੀ ਚੀਜ਼ ਨਹੀਂ ਜਿਸ ਦੇ ਵਿੱਚ ਤਾਕਤ ਨਾ ਹੋ। ਪਿਆਰ 'ਚ ਐਡੀ ਵੱਡੀ ਤਾਕਤ ਹੈ ਕਿ ਉਹ ਸਾਰੇ ਗਮਾਂ ਨੂੰ ਭੁਲਾ ਸਕਦਾ। ਜਿਵੇਂ ਅਸੀਂ ਇੱਕ ਵਾਰ ਜ਼ਿਕਰ ਵੀ ਕੀਤਾ ਸੀ ਕਿ ਕੈਂਸਰ ਦੇ ਵੀ ਮਰੀਜ਼ ਅਜਿਹੇ ਵੇਖੇ ਨੇ ਜਿਨ੍ਹਾਂ ਨੂੰ ਡਾਕਟਰਸ ਵੱਲੋਂ ਜਵਾਬ ਦੇ ਦਿੱਤਾ ਗਿਆ, ਲੇਕਿਨ ਪਿਆਰ ਔਰ ਵਿਲ ਪਾਵਰ ਔਰ ਪੋਜ਼ਿਟਿਵਿਟੀ ਦੇ ਨਾਲ ਉਹਨਾਂ ਨੇ ਉਸ ਕੈਂਸਰ ਵਰਗੀ ਬਿਮਾਰੀ ਨੂੰ ਵੀ ਮਾਤ ਦਿੱਤੀ ਹੈ। ਸੋ ਸੱਚਮੁੱਚ ਮਤਲਬ ਇਸ ਦਾ ਇਲਾਜ ਕੀ ਸੰਭਵ ਹੈ? ਕੋਈ ਦਵਾਈਆਂ ਦੇ ਨਾਲ ਜਾਂ ਕਿਸੇ ਹੋਰ ਟੈਸਟ ਦੇ ਨਾਲ ਇਸ ਦਾ ਇਲਾਜ ਸੰਭਵ ਹੈ? ਦੇਖੋ, ਜਿਹੜੀ ਲੇਟੈਸਟ ਖੋਜ ਮੈਂ ਥੋੜੀ ਜਿਹੀ ਜ਼ਿਕਰ ਕਰਦੇ ਹਾਂ, ਜਿਹਨੂੰ ਅਸੀਂ ਹਾਈ ਕੁਆਲਿਟੀ ਇੰਟਰਵੈਂਸ਼ਨਸ ਕਹਿੰਦੇ ਆ, ਉਹ ਬਿਲਕੁਲ ਬਹੁਤ ਸਾਰੇ ਕੇਸਿਸ ਤੇ ਇਸ ਵੇਲੇ ਅਜ਼ਮਾਈਆਂ ਜਾ ਚੁੱਕੀਆਂ ਨੇ, ਜਿਨ੍ਹਾਂ ਵਿੱਚ ਕਾਫੀ ਜ਼ਿਆਦਾ ਇੰਪਰੂਵਮੈਂਟ ਦੇਖੀ ਗਈ। ਤੇ ਅੱਜ ਕੱਲ ਤੇ ਅਸੀਂ ਖਾਸ ਜ਼ੋਰ ਪਾਉਂਦੇ ਆ, ਦਵਾਈਆਂ ਤਾਂ ਹਾਂ ਨਹੀਂ, ਪਰ ਬਿਨਾਂ ਦਵਾਈਆਂ ਦੇ ਜਿਹੜੀਆਂ ਜਿਹੜੀਆਂ ਅਸੀਂ ਇੰਟਰਵੈਂਸ਼ਨਸ ਕਰ ਸਕਦੇ ਹੋਈਏ, ਖਾਸ ਤੌਰ ਤੇ ਬੱਚਿਆਂ ਵਿੱਚ ਉਹਨਾਂ ਦੀ ਟ੍ਰੇਨਿੰਗ, ਜਿਸ ਤਰੀਕੇ ਉਹਨਾਂ ਨੂੰ ਟਾਈਮਿੰਗ ਦੇ ਨਾਲ ਬੰਨਣਾ ਬਹੁਤ ਅਹਿਮ ਹੁੰਦਾ ਕਿ ਇਸ ਵੇਲੇ ਤੇਰਾ ਖਾਣੇ ਦਾ ਟਾਈਮ ਹੈ, ਇਹੀ ਦੇਣਾ, ਇਸ ਵੇਲੇ ਹੁਣ ਤੇਰੀ ਪੇਂਟਿੰਗ ਦਾ ਟਾਈਮ ਹੈ, ਕਿਉਂਕਿ ਇਹ ਬੱਚਿਆਂ ਨੂੰ ਆਪਣਾ ਸਿਸਟਮ ਸੈੱਟ ਕਰਨ ਵਿੱਚ ਤਕਲੀਫ ਹੁੰਦੀ ਜੇ। ਸੋ ਉਹਨਾਂ ਨੂੰ ਜਦੋਂ ਅਸੀਂ ਸਿਸਟਮ ਵਿੱਚ ਬੰਨ ਦਿੰਦੇ ਹਾਂ ਕਿ ਘੜੀ ਦੇ ਨਾਲ ਆਹ ਕੰਮ ਕਰਨਾ, ਇਸ ਵੇਲੇ ਆਹ ਕਰਨਾ, ਇਸ ਵੇਲੇ ਆਹ ਕਰਨਾ, ਵਿੱਚ ਇਹ 2 ਘੰਟੇ ਤੇਰੇ ਐਸ਼ ਕਰਨ ਦੇ ਨੇ, ਤੂੰ ਮौज ਕਰ, ਇਸ ਵੇਲੇ ਹੀ ਖਾਣਾ ਮਿਲਣਾ ਜੇ। ਸੋ ਇਹ ਚੀਜ਼ਾਂ ਨੇ ਜਿਹੜੀਆਂ ਉਹਨੂੰ ਹੌਲੀ ਹੌਲੀ ਅਸੀਂ ਟ੍ਰੇਨਿੰਗ ਵਾਲੇ ਪਾਸੇ ਲਿਜਾਉਂਦੇ ਹਾਂ ਕਿ ਕਿਸੇ ਬੱਚੇ ਨੂੰ ਕੁਝ ਮਕੈਨੀਕਲ ਵਰਕ ਵਿੱਚ ਇੰਟਰਸਟ ਹੈ, ਉਸ ਪਾਸੇ ਲਾਣਾ, ਕਿਸੇ ਨੂੰ ਪੇਂਟਿੰਗ ਵੱਲ ਲਾਣਾ, ਫਿਰ ਲਿਖਣ ਦੀ ਜਾਚ ਸਿਖਾਉਣੀ ਕਿ ਇਹ ਘੰਟਾ ਤਾਂ ਪਈ ਤੈਨੂੰ ਲਿਖਣਾ ਹੀ ਪੈਣਾ ਉਹਦੇ 'ਚ। ਪਰ ਬਹੁਤ ਅਹਿਮ ਗੱਲ ਜੇ ਕਿ ਅਸੀਂ ਝਿੜਕਣਾ ਨਹੀਂ ਹੁੰਦਾ। ਬੱਚੇ ਉੱਤੇ ਫੋਰਸ ਕੁਝ ਵੀ ਕਰੋਗੇ ਤਾਂ ਉਹ ਇਨਕਾਰ ਹੀ ਹੋ ਜਾਏਗਾ ਕਿ ਮੈਂ ਇਹ ਕਰਨਾ ਹੀ ਨਹੀਂ। ਸੋ ਉਹਦੇ ਨਾਲ ਤੁਸੀਂ ਆਪ ਬੈਠ ਕੇ ਆਪ ਕਰ ਰਹੇ ਹੋ, ਤੇ ਹਰ ਲਾਈਨ ਕਿਸੇ ਵੀ ਹਾਲ ਵਿੱਚ ਤੁਸੀਂ ਪੂਰੀ ਨਹੀਂ ਕਰਨੀ, ਤਾਂ ਕਿ ਬੱਚੇ ਨੂੰ ਇਹ ਨਾ ਅਹਿਸਾਸ ਹੋਵੇ ਕਿ ਮੈਂ ਤਾਂ ਅੱਧੀ ਹੋਈ ਲਿਖ ਸਕਿਆ, ਅੱਧੀ ਮੈਨੂੰ ਇਹਨਾਂ ਨੇ ਪੂਰੀ ਕਰਕੇ ਦਿੱਤੀ। ਇਹ ਨਹੀਂ ਕਰਨਾ ਹੁੰਦਾ, ਉਸੇ ਨੂੰ ਹੀ ਹੱਲਾਸ਼ੇਰੀ ਦਿਓ ਕਿ ਪੂਰੀ ਕਰਨੀ ਹੈ। ਮਿਸਾਲ ਵਜੋਂ ਆਹ ਦੇਖੋ ਜੀ, ਇਸ ਲਾਈਨ ਵਿੱਚ ਇੱਕ ਖਿਆਲੀ ਆ 3 ਬੱਚੇ ਬੈਠੇ, ਆ 3 ਇੱਧਰ ਪਿੱਛੇ ਬੈਠੇ, ਹੁਣ ਮੇਰਾ ਬੱਚਾ ਲਿਖੇਗਾ ਤੇ ਇਹ ਲਾਈਨ ਪੂਰੀ ਕਰੇਗਾ। ਦੇਖੋ ਫਸਟ ਪੂਰੀ ਇਹ ਕਰਨ ਲੱਗਾ, ਬਾਕੀ ਸਾਰੇ ਅਜੇ ਪਿੱਛੇ ਰਹਿ ਗਏ, ਵੈਰੀ ਗੁੱਡ। ਇਹ ਟ੍ਰੇਨਰ ਲਈ ਬਹੁਤ ਅਹਿਮ ਜੇ ਕਿ ਉਹਨੂੰ ਆਪਣਾ ਠਰਮਾ ਰੱਖਣਾ ਪੈਣਾ। ਜੇ ਉਹ ਖਿੱਚ ਗਿਆ ਤਾਂ ਬੱਚਾ ਉਸ ਤੋਂ ਪਹਿਲਾਂ ਹੀ ਇਨਕਾਰੀ ਹੋ ਜਾਏਗਾ, ਮੈਂ ਕਰਨਾ ਹੀ ਨਹੀਂ। ਸੋ ਇੱਕ ਤਾਂ ਟਾਈਮ ਵਿੱਚ ਬੰਨੋ, ਇੱਕ ਉਹਦੀ ਖੁਰਾਕ ਦਾ ਅਹਿਮ ਖਿਆਲ ਰੱਖੋ, ਉਹਦੀਆਂ ਖੇਡਾਂ ਦਾ ਬਿਲਕੁਲ ਟਾਈਮ ਬੰਨਿਆ ਹੋਣਾ ਚਾਹੀਦਾ, ਤੇ ਉਹਨੂੰ ਹੱਲਾਸ਼ੇਰੀ ਆਪਾਂ ਪੂਰੇ ਕਰਨ ਦੀ ਦੇਣੀ ਜੇ। ਅਸੀਂ ਆਪ ਔਟਿਜ਼ਮ ਦੇ ਸ਼ਿਕਾਰ ਨਾ ਹੋ ਜਾਈਏ, ਆਪ ਨਾ ਖਿੱਚਦੇ ਰਹੀਏ। ਸੋ ਉਹਨੂੰ ਉਹਦੀ ਗੱਲ ਵੀ ਜੇ ਉਹ ਕਰ ਰਿਹਾ ਕਿਸੇ ਵੀ ਹਾਲ ਵਿੱਚ ਆਪ ਪੂਰੀ ਨਾ ਕਰੋ, ਉਹਨੂੰ ਹੀ ਗੱਲ ਪੂਰੀ ਕਰਨ ਦਿਓ। ਸੋ ਇਸ ਤਰ੍ਹਾਂ ਉਹਨੂੰ ਸਟਿਮੂਲੇਸ਼ਨ, ਇਸ ਤਰ੍ਹਾਂ ਦੀਆਂ ਵੱਖੋ ਵੱਖਰੀਆਂ ਹੈਗੀਆਂ ਨੇ ਸਟਿਮੂਲੇਸ਼ਨ ਐਕਸਰਸਾਈਜ਼ਸ ਜੋ ਡਾਕਟਰ ਕੋਲ ਜਾ ਕੇ ਹੀ ਹੋ ਸਕਦੀਆਂ। ਜਿਵੇਂ ਇੱਕ ਅਹਿਮ ਜਾਣਕਾਰੀ ਦੇ ਦਿਆਂ, ਆਮ ਤੌਰ ਤੇ ਜਦੋਂ ਆਪਾਂ ਪ੍ਰੋਗਰਾਮ ਕਰਦੇ ਹਾਂ, ਔਨ 에ਅਰ ਜਾਂਦਾ ਜੀ, ਬੜੇ ਸਾਰੇ ਫੋਨ ਆ ਜਾਂਦੇ ਨੇ ਕਿ ਆ ਜੀ ਮੇਰੇ ਬੱਚੇ ਨੂੰ ਇਹ ਹੈਗੀ ਹੈ, ਜਲਦੀ ਨਾਲ ਕੋਈ ਦਵਾਈ ਲਿਖਾਇਓ ਜੀ, ਫਟਾਫਟ ਮੈਂ ਸਵੇਰ ਤੱਕ ਤਾਂ ਕਿ ਠੀਕ ਹੋ ਜਾਵੇ। ਇਸ ਤਰ੍ਹਾਂ ਦਾ ਔਟਿਜ਼ਮ ਵਿੱਚ ਬਿਲਕੁਲ ਕੋਈ ਇਲਾਜ ਨਹੀਂ। ਸੋ ਟੈਲੀਫੋਨਾਂ ਨਾਲ ਨਹੀਂ ਹੁੰਦਾ, ਬੱਚੇ ਨੂੰ ਡਾਕਟਰ ਕੋਲ ਲਿਜਾਣਾ ਹੀ ਪੈਣਾ। ਬਹੁਤ ਸਾਰੇ ਟੈਸਟ ਵੀ ਕਰਵਾਉਣੇ ਪੈ ਸਕਦੇ ਨੇ, ਜਿਵੇਂ ਆਪਾਂ ਪਿਛਲੀ ਵਾਰ ਵੀ ਦੱਸਿਆ ਸੀ, ਬਹੁਤ ਸਾਰੇ ਕਾਰਨ ਹੁੰਦੇ ਨੇ, ਬਹੁਤ ਸਾਰੇ, ਜਿਨ੍ਹਾਂ 'ਚ ਇੱਕ ਸਿੰਪਲ ਜਿਹੀ ਚੀਜ਼ ਕਿ ਖੂਨ ਦੀ ਕਮੀ, ਉਹੀ ਤੁਹਾਨੂੰ ਬੱਚੇ ਨੂੰ ਬਹੁਤ ਚੀਜ਼ਾਂ ਦਿਖਾ ਦੇਗੀ। ਕੋਈ ਥਾਇਰਾਇਡ, ਕੋਈ ਹੋਰ ਬੜੇ ਸਾਰੇ ਰੋਗ ਨੇ
ਜਿਨ੍ਹਾਂ ਦਾ ਪਹਿਲਾਂ ਟੈਸਟ ਜ਼ਰੂਰੀ ਜੇ ਕਿ ਕੋਈ ਅਜਿਹਾ ਰੋਗ ਤਾਂ ਨਹੀਂ ਚਿੰਬੜਿਆ ਪਿਆ ਜਿਸ ਦੇ ਕਾਰਨ ਇਹੋ ਜਿਹੇ ਲੱਛਣ ਦਿਸ ਰਹੇ ਨੇ। ਸੋ ਉਹਦਾ ਇਲਾਜ ਜ਼ਰੂਰੀ ਹੈ ਟੈਸਟਾਂ ਨਾਲ ਲੱਭ ਕੇ, ਤੇ ਜੇ ਫਾਈਨਲ ਡਾਇਗਨੋਸਿਸ ਇਹ ਆ ਚੁੱਕਾ ਹੈ ਫਿਰ ਹੀ ਅੱਗੋਂ ਇਹ ਟ੍ਰੇਨਿੰਗ ਐਕਸਰਸਾਈਜ਼ਸ ਚੱਲਦੀਆਂ ਨੇ। ਸੋ ਆਪਣੇ ਆਪ ਬੰਦਿਆਂ ਨੂੰ ਬੈਠ ਕੇ ਜੇ ਕਹਿਣ ਮਾਪੇ ਅਸੀਂ ਆਪੇ ਹੀ ਘਰ ਬੈਠ ਕੇ ਇਲਾਜ ਕਰ ਲਵਾਂਗੇ ਜਾਂ ਫੋਨ ਤੇ, ਉਹ ਇਹ ਸੰਭਵ ਬਿਲਕੁਲ ਨਹੀਂ। ਗਲਤ ਚੀਜ਼ ਹੈ। ਹਮ ਬਿਲਕੁਲ ਇਲਾਜ ਸੰਭਵ ਹੈ, ਲੇਕਿਨ ਉਸ ਦੇ ਲਈ ਡਾਕਟਰ ਕੋਲ ਜਾਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਜਦ ਇੱਕ ਸਹੀ ਥਾਂ ਤੇ ਪਹੁੰਚਾਂਗੇ ਤਾਂ ਇਲਾਜ ਵੀ ਸਹੀ ਸਾਨੂੰ ਮਿਲ ਸਕਦਾ, ਔਰ ਉਸ ਦਾ ਇਲਾਜ ਕਰਨਾ ਜ਼ਰੂਰੀ ਵੀ ਹੋ ਜਾਂਦਾ ਜੇਕਰ ਆਪਣੇ ਰਿਸ਼ਤੇ ਨੂੰ, ਆਪਣੇ ਘਰ ਦੇ ਜੀ ਨੂੰ ਅਸੀਂ ਚੰਗੇ ਤਰੀਕੇ ਨਾਲ ਹੱਸਣਾ ਵੇਖਣਾ ਚਾਹੁੰਦੇ ਹਾਂ, ਉਸਨੂੰ ਸਭ ਕੁਝ ਕਰਨਾ ਵੇਖਣਾ ਚਾਹੁੰਦੇ ਹਾਂ। ਇੱਕ ਆਖਰੀ ਸਵਾਲ ਜ਼ਰੂਰ ਤੁਹਾਡੇ ਤੋਂ ਜਾਣਨਾ ਚਾਹਾਂਗੇ, ਨੀਡਸ, ਹੈਲਥ ਨੀਡਸ ਕੀ ਕਹਿੰਦੀਆਂ ਇਹੋ ਜਿਹੇ ਆਟਿਜ਼ਮ ਦੇ ਸ਼ਿਕਾਰ ਇਨਸਾਨ ਦੀ? ਹਾਂ ਬਿਲਕੁਲ, ਦੇਖੋ ਪਹਿਲੀ ਚੀਜ਼ ਤਾਂ ਔਟਿਜ਼ਮ ਕਿਤੇ ਇੱਕ ਦਿਨ ਵਿੱਚ ਠੀਕ ਹੋਣ ਵਾਲੀ ਚੀਜ਼ ਨਹੀਂ ਹੈ। ਜੀ ਬਹੁਤ ਸਹਿਜ ਤੇ ਠਰਮੇ ਨਾਲ ਹੀ ਤੁਹਾਨੂੰ ਇਸ ਜੇ ਪੇਸ਼ੈਂਟਸ ਡੀਲ ਕਰਨੇ ਪੈਂਦੇ ਨੇ। ਇਸੇ ਤਰ੍ਹਾਂ ਡਾਕਟਰ ਕੋਲ ਜਾ ਕੇ ਵੀ ਅਸੀਂ ਕਹੀਏ ਮਹੀਨਾ ਹੋ ਗਿਆ ਜੀ ਭਾਰਾ ਆਰਾਮ ਨਹੀਂ ਹੈ ਜੀ, ਸਾਨੂੰ ਤਾਂ ਇਸ ਤਰ੍ਹਾਂ ਦਾ ਕੁਝ ਨਹੀਂ ਚਾਹੀਦਾ ਜੀ, ਸਾਨੂੰ ਤਾਂ ਜਲਦੀ ਕਰੋ ਜੀ, ਤਾਂ ਡਾਕਟਰ ਬਦਲਦੇ ਆ। ਇਹ ਲੋਕ ਹਮੇਸ਼ਾ ਆਪਣੇ ਬੱਚੇ ਨੂੰ ਖਰਾਬ ਹੀ ਕਰਦੇ ਨੇ, ਸਿਰਫ ਡਾਕਟਰਾਂ ਕੋਲ ਗੇੜੇ ਹੀ ਕੱਢਦੇ ਰਹਿ ਜਾਂਦੇ ਨੇ ਵੱਖੋ ਵੱਖਰਿਆਂ ਕੋਲ, ਕਿਉਂਕਿ ਕਿਸੇ ਵੀ ਡਾਕਟਰ ਨੇ ਕੋਈ ਜਾਦੂ ਦੀ ਛੜੀ ਨਹੀਂ ਫੜੀ ਹੋਈ ਕਿ ਆਟਿਜ਼ਮ ਉਹਨਾਂ ਦੇ 1 ਮਹੀਨੇ 'ਚ ਠੀਕ ਕਰ ਦੇਵੇ ਜਾਂ ਕੋਈ ਐਸੀ ਦਵਾਈ ਜਿਹੜੀ ਜਾਦੂ ਟੋਣਾ ਕਰ ਦੇਵੇ। ਸੋ ਇਹ ਤਾਂ ਟ੍ਰੇਨਿੰਗ ਜੇ ਜਿਹਨੂੰ ਅਸੀਂ ਲਗਾਤਾਰ ਚਲਾਉਂਦੇ ਆ, ਲੰਮੇ ਸਮੇਂ ਤੱਕ ਚਲਾਉਣੀ ਪੈਂਦੀ ਏ, ਤੇ ਹੌਲੀ ਹੌਲੀ ਹੀ ਇਹਦੇ ਵਿੱਚੋਂ ਚੀਜ਼ਾਂ ਦਿਖਦੀਆਂ ਨੇ। ਖੁਰਾਕ ਜਿਨ੍ਹਾਂ ਵਿੱਚ ਖਾਸ ਤੌਰ ਤੇ ਇਹਨਾਂ ਵਿੱਚ ਕਿਉਂਕਿ ਭੁੱਖ ਦਾ ਕੋਈ ਹਿਸਾਬ ਕਿਤਾਬ ਠੀਕ ਨਹੀਂ ਹੁੰਦਾ, ਕਈ ਬੱਚੇ ਕਸਰਤ ਵੀ ਹੋ ਸਕਦਾ ਪੂਰੀ ਨਾ ਕਰਦੇ ਹੋਣ। ਸੋ ਇਹਨਾਂ ਵਿੱਚ ਜਿਵੇਂ ਚਿੜਚਿੜੇ, ਜ਼ਿੱਦੀ ਜਾਂ ਮਾਂ ਹੀ ਨਾਲ ਲੜਦੀ ਰਹੀ ਹੋਵੇ ਵੀ ਆ ਖਾ, ਜਾਂ ਜ਼ਬਰਦਸਤੀ ਤੁੰਨਦੀ ਹੋਵੇ। ਸੋ ਆਮ ਹੀ ਵੇਖਿਆ ਗਿਆ ਕਿ ਇਹਨਾਂ ਬੱਚਿਆਂ ਦੇ ਵਿੱਚ ਖੁਰਾਕ ਦੀ ਕਮੀ, ਜਾਂ ਫਿਰ ਇਹਨਾਂ ਬੱਚਿਆਂ ਵਿੱਚ ਕੋਈ ਵਿਟਾਮਿਨ ਡੈਫੀਸ਼ੀਐਂਸੀਜ਼ ਜਾਂ ਉਹ ਪ੍ਰੋਟੀਨ ਦੀ ਕਮੀ ਕਾਫੀ ਇਹਨਾਂ ਵਿੱਚ ਦੇਖੀ ਜਾਂਦੀ ਜੇ। ਸੋ ਇਸੇ ਲਈ ਇਹਨਾਂ ਦੀ ਸੰਤੁਲਿਤ ਖੁਰਾਕ ਹੋਣੀ ਜ਼ਰੂਰੀ ਹੈ, ਜਿਸ ਵਿੱਚ ਕੋਸ਼ਿਸ਼ ਕੀਤੀ ਜਾਏ ਕਿ ਬੱਚੇ ਨੂੰ ਜਦੋਂ ਪ੍ਰੈਪਰੇਸ਼ਨ ਹੋ ਰਹੀ ਹੈ ਖਾਣੇ ਦੀ ਨਾਲ ਰੱਖਿਆ ਜਾਵੇ, ਉਹਦਾ ਇੰਟਰਸਟ ਜਾਗੇ ਕਿ ਹਾਂ ਕੀ ਬਣ ਰਿਹਾ, ਕਿਵੇਂ ਪੈ ਰਿਹਾ। ਉਸ ਤਰ੍ਹਾਂ ਉਹ ਬੱਚਾ ਛੇਤੀ ਸਗੋਂ ਖਾਣ ਵੱਲ, ਜਿਵੇਂ ਉਹਨੂੰ ਖੁਸ਼ਬੂ, ਹਾਂ ਬੜਾ ਮਜ਼ੇਦਾਰ ਖੁਸ਼ਬੂ ਹੈ, ਦੇਖੀ ਜਰਾ, ਫਿਰ ਜ਼ਰਾ ਕੁ ਟੱਚ ਕਰਕੇ ਆਹਾ ਮਜ਼ਾ ਹੀ ਆ ਗਿਆ, ਇੰਨੀ ਸਵਾਦ। ਯਾਨੀ ਉਹਦੇ ਬੱਚੇ 'ਚ ਕਿਉਰਿਓਸਿਟੀ ਪੈਦਾ ਕਰੋ ਕਿ ਉਹ ਆਪ ਹੀ ਖਿੱਚਿਆ ਤੁਰਿਆ ਆਵੇ ਕਿ ਹਾਂ ਮੈਂ ਵੇਖਾਂ ਤਾਂ ਸਹੀ, ਮੇਰੇ ਸਾਹਮਣੇ ਬਣੀ ਸੀ, ਕੀ ਚੀਜ਼ ਬਣੀ। ਤੇ ਉਹਦੀ ਪਸੰਦ ਦਾ ਖਿਆਲ ਜ਼ਰੂਰ ਰੱਖਿਆ ਜਾਵੇ। ਚੀਜ਼ਾਂ ਚੇਂਜ ਕਰਕੇ, ਜਿਸ 'ਚ ਹਰੀਆਂ ਸਬਜ਼ੀਆਂ ਅਹਿਮ ਨੇ, ਫਲ ਜ਼ਰੂਰ ਹੋਣ, ਫਿਰ ਤੁਸੀਂ ਦੁੱਧ, ਦਹੀਂ, ਅੰਡਾ, ਇਹ ਚੀਜ਼ਾਂ ਸਾਰੀਆਂ ਤੁਸੀਂ ਮਿਕਸਡ ਰੱਖੋ। ਜਿਹਦੇ ਵਿੱਚ ਜੇ ਤੁਸੀਂ ਨਾਨ ਵੈਜੀਟੇਰੀਅਨ ਲੈ ਰਹੇ ਹੋ ਤਾਂ ਫਿਸ਼ ਬਹੁਤ ਜ਼ਰੂਰੀ ਜੇ, ਚਿਕਨ ਤੁਸੀਂ ਹਫ਼ਤੇ 'ਚ 3 ਵਾਰ ਲੈ ਸਕਦੇ ਹੋ। ਸੋ ਇਦਾਂ ਦੀਆਂ ਚੀਜ਼ਾਂ ਤੇ ਉਹਨੂੰ, ਉਹਦਾ ਦੇਖੋ ਕਿ ਕਿਸ ਚੀਜ਼ ਦੀ ਉਹਨੂੰ ਸ਼ੌਕ ਬਣ ਰਿਹਾ ਜੇ, ਉਸੇ ਦੇ ਵਿੱਚ ਹੌਲੀ ਹੌਲੀ ਤੁਸੀਂ ਉਹਨੂੰ ਹੀ ਐਕਸਪੈਂਡ ਕਰਕੇ ਕਿ ਪਨੀਰ ਖਾਣਾ, ਆ ਦੇਖ ਪਨੀਰ 'ਚ ਆਪਾਂ 1 ਡ੍ਰੌਪ ਸੌਸ ਦਾ ਪਾਇਆ, ਆ ਦੇਖ 1 ਮਟਰ ਅੜਾ ਦਿੱਤਾ, ਇਹ ਦੇਖੀ ਕੇਲੇ ਦਾ ਪੀਸ ਪਾਇਆ, ਆਹਾ ਇਹ ਤਾਂ ਬਹੁਤ ਸੋਹਣੀ ਚੀਜ਼ ਬਣ ਗਈ, ਦੇਖੀਏ ਕਿੱਦਾਂ ਦੀ ਲੱਗਦੀ ਆ, ਆਹਾ ਇਸ ਪਾਸਿਓਂ ਤਾਂ ਬਹੁਤ ਹੀ ਮਜ਼ਾ ਆ ਰਿਹਾ ਖਾ ਕੇ, ਹੁਣ ਰਾਈਟ ਸਾਈਡ ਤੋਂ ਖਾ ਕੇ ਦੇਖੀਏ, ਲੈ ਤਾਂ ਹੋਰ ਹੀ ਮਜ਼ਾ ਆ ਰਿਹਾ। ਯਾਨੀ ਤੁਸੀਂ ਕਿਸ ਤਰੀਕੇ ਦਾ ਇੰਟਰਸਟ ਜਨਰੇਟ ਕਰ ਸਕਦੇ ਹੋ ਬੱਚੇ 'ਚ ਕਿ ਉਹ ਬਦੋ-ਬਦੀ ਖਾਣ ਵੱਲ ਨੂੰ ਆਵੇ ਕਿ ਮੈਂ ਖਾ ਕੇ ਵੇਖਾਂ ਤਾਂ ਸਹੀ ਕਿੱਦਾਂ ਦਾ ਸਵਾਦ ਆਇਆ। ਸੋ ਇਹ ਨੇ ਢੰਗ ਤੇ ਤਰੀਕੇ ਜਿਹੜੇ ਤੁਸੀਂ ਡਾਕਟਰ ਕੋਲ ਜਾ ਕੇ ਸਿੱਖ ਸਕਦੇ ਹੋ। ਪਰ ਮੈਂ ਫਿਰ ਦੁਹਰਾ ਦਿਆਂ ਕਿ ਇਹ ਕੋਈ ਓਵਰਨਾਈਟ ਕੁਛ ਵੀ ਜਾਦੂ ਟੋਣਾ ਨਹੀਂ ਹੋਣਾ। ਤੁਹਾਨੂੰ ਸਾਲਾਂ ਦੇ ਵਿੱਚ ਸੋਚ ਕੇ ਤੁਰਨਾ ਪੈਣਾ ਹੈ ਕਿ ਲੰਬਾ ਇਲਾਜ। ਔਰ ਹਿੰਮਤ ਰੱਖਣੀ ਪੈਣੀ ਹੈ ਖਾਸ ਕਰਕੇ, ਕਿਉਂਕਿ ਜੇਕਰ ਹਿੰਮਤ ਰੱਖਾਂਗੇ, ਭਾਵੇਂ ਸਾਡਾ ਖੁਦ ਦਾ ਜਵਾਕ ਹੈ ਜਾਂ ਸਾਡਾ ਕੋਈ ਰਿਸ਼ਤੇਦਾਰ ਹੈ, ਸਾਨੂੰ ਹਿੰਮਤ ਰੱਖਣੀ ਬਹੁਤ ਜ਼ਰੂਰੀ ਹੈ। ਜੇਕਰ ਅਸੀਂ ਵਿਲ ਪਾਵਰ ਔਰ ਪੋਜ਼ਿਟਿਵਿਟੀ ਰੱਖਾਂਗੇ ਤਾਂ ਉਸ ਦੇ ਨਾਲ ਕਿਸੇ ਵੀ ਚੀਜ਼ ਨੂੰ ਮਾਤ ਦਿੱਤੀ ਜਾ ਸਕਦੀ ਹੈ ਔਰ ਉਨ ਚਿਹਰਿਆਂ ਨੂੰ ਹੈਪੀਨੈਸ ਦੇ ਵਿੱਚ ਕਨਵਰਟ ਕੀਤਾ ਜਾ ਸਕਦਾ ਹੈ। ਬਿਲਕੁਲ, ਪਰ ਆਊਟਡੋਰ ਗੇਮਸ ਜ਼ਰੂਰ ਮੈਂ ਇੱਕ ਕਹਿ ਦਿਆਂ ਇਹਨਾਂ ਬੱਚਿਆਂ ਲਈ ਖਾਸ ਅਹਿਮੀਅਤ ਰੱਖਦੀਆਂ ਨੇ, ਉਹ ਜ਼ਰੂਰ ਕਰਵਾਉਣੀਆਂ ਚਾਹੀਦੀਆਂ ਨੇ। ਤੇ ਦੋਸਤਾਂ ਨੂੰ ਵੀ ਇਸ ਤਰੀਕੇ ਸਮਝਾ ਦੇਣਾ ਚਾਹੀਦਾ ਜਿਨ੍ਹਾਂ ਨਾਲ ਖੇਡ ਰਹੇ ਨੇ ਕਿ ਖਿਜਿਓ ਨਾ, ਇਹ ਗਲਤ ਚਲਤੇ ਦੇ ਹੋ ਸਕਦੇ ਨੇ ਕੁਝ ਐਕਸ਼ਨ। ਤਾਂ ਇਦਾਂ ਕਿ ਜੇ ਆਪਾਂ ਉਹਨਾਂ ਨੂੰ ਜਿੰਨਾ ਰਚਨਾ ਮਿਚਨਾ ਸਿਖਾਵਾਂਗੇ ਦੋਸਤਾਂ 'ਚ, ਉਹਨਾਂ ਛੇਤੀ ਨਾਰਮਲ ਹੋ ਜਾਂਦਾ। ਹਾਂ ਬਿਲਕੁਲ ਬਿਲਕੁਲ, ਕਿਉਂਕਿ ਸੋਸਾਇਟੀ ਬਹੁਤ ਮੈਟਰ ਕਰਦੀ ਹੈ। ਕੱਲਾ ਇਨਸਾਨ ਹਮੇਸ਼ਾ ਕੱਲਾ ਹੀ ਰਹਿ ਜਾਂਦਾ, ਜੇਕਰ ਸਾਰਿਆਂ ਦਾ ਸਾਥ ਲੈ ਕੇ ਤੁਰਦਾ ਤਾਂ ਉਹ ਬਹੁਤ ਅੱਗੇ ਤੱਕ ਨੂੰ ਜਾਂਦਾ। ਸੋ ਇਸੇ ਚੀਜ਼ ਦੇ ਨਾਲ ਮੈਮ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।
ਸੋ ਸਾਂਝੀ ਗੱਲਬਾਤ ਦੀ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ ਆਣਾ ਹੀ। ਤੁਸੀਂ ਬਣੇ ਰਹੋ ਸਾਂਝਾ ਟੀਵੀ ਦੇ ਨਾਲ। ਮੈਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ।